ਹੈਲੋ ਦੋਸਤੋ, ਸਤਿ ਸ੍ਰੀ ਅਕਾਲ। ਵੈਲਕਮ ਟੂ ਮਾਈ ਚੈਨਲ ਲਰਨ ਟੂ ਅਰਨ। ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਸੀਰੀਜ਼ ਲੈ ਕੇ ਆਏ ਹਾਂ, ਜਿਸ ਵਿੱਚ ਆਪਾਂ ਤੁਹਾਨੂੰ ਪੰਜਾਬ ਦੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਡਿਸਕਸ ਕਰਾਂਗੇ। ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜੇਲ੍ਹ ਅਸਿਸਟੈਂਟ ਸੁਪਰਡੈਂਟ ਦਾ ਕੁਐਸਚਨ ਪੇਪਰ 2012 ਦਾ ਡਿਸਕਸ ਕਰਾਂਗੇ। ਇਸ ਵਿੱਚ ਆਪਾਂ ਤੁਹਾਨੂੰ 1 ਤੋਂ 85 ਤੱਕ ਦੇ ਸਾਰੇ ਕੁਐਸਚਨ ਤੇ ਉਹਨਾਂ ਦੇ ਆਨਸਰ ਪੂਰੀ ਤਰ੍ਹਾਂ ਐਕਸਪਲੇਨ ਕਰਾਂਗੇ। ਤਾਂ ਅੱਜ ਦੀ ਵੀਡੀਓ ਆਪਾਂ ਹੁਣ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਸਵਾਲ ਹੈ ਜੀ, ਦ ਜਲਿਆਂਵਾਲਾ ਬਾਗ ਮਾਸਕਰ ਟੁੱਕ ਪਲੇਸ ਇਨ ਵਿਚ ਈਅਰ। ਜਲਿਆਂਵਾਲਾ ਬਾਗ ਕਤਲੇਆਮ ਕਿਸ ਸਾਲ ਹੋਇਆ ਸੀ? 1919 ਵਿੱਚ ਹੋਇਆ ਸੀ। ਫਸਟ ਇਸਦਾ ਸਹੀ ਆਨਸਰ ਹੈ। ਤਾਂ ਦੇਖੋ, ਜਲਿਆਂਵਾਲਾ ਬਾਗ ਕਤਲੇਆਮ, ਜਿਸ ਨੂੰ ਅੰਮ੍ਰਿਤਸਰ ਦਾ ਕਤਲੇਆਮ ਵੀ ਕਿਹਾ ਜਾਂਦਾ ਹੈ, ਇਹ ਵੀ ਆਪਾਂ ਪੁਆਇੰਟ ਯਾਦ ਰੱਖਣਾ, ਅੱਗੇ ਪੁੱਛਿਆ ਜਾ ਸਕਦਾ ਹੈ, ਜੋ ਕਿ 13 ਅਪ੍ਰੈਲ 1919 ਨੂੰ ਵਾਪਰੀ ਸੀ। ਠੀਕ ਹੈ ਜੀ। ਅਗਲਾ ਕੁਐਸਚਨ ਦੇਖਦੇ ਹਾਂ। ਹੂ ਐਸਟੈਬਲਿਸ਼ਡ ਮੌਰੀਅਨ ਅੰਪਾਇਰ ਇਨ ਐਂਸ਼ੀਅੰਟ ਇੰਡੀਆ। ਪ੍ਰਾਚੀਨ ਭਾਰਤ ਵਿੱਚ ਮੌਰੀਅਨ ਸਾਮਰਾਜ ਕਿਸ ਨੇ ਸਥਾਪਿਤ ਕੀਤਾ ਸੀ? ਚੰਦਰਗੁਪਤ ਮੌਰੀਆ ਨੇ। ਕਿਸ ਨੇ ਸਥਾਪਿਤ ਕੀਤਾ ਸੀ ਮੌਰੀਅਨ ਅੰਪਾਇਰ ਜਾਂ ਮੌਰੀਆ ਸਾਮਰਾਜ? ਚੰਦਰਗੁਪਤ ਮੌਰੀਆ ਨੇ। ਠੀਕ ਹੈ ਜੀ। ਅਗਲਾ ਸਵਾਲ ਦੇਖੀਏ। ਅਗਲਾ ਕੁਐਸਚਨ ਹੈ ਜੀ, ਦੇਖੋ, ਵਿਚ ਆਫ ਦ ਫੋਲੋਇੰਗ ਇੰਡਸ ਵੈਲੀ ਸਿਵਲਾਈਜੇਸ਼ਨ ਸਾਈਟ ਇਜ਼ ਲੋਕੇਟਡ ਇਨ ਇੰਡੀਆ। ਨਿਮਨਲਿਖਤ ਵਿੱਚੋਂ ਕਿਹੜਾ ਸਿੰਧ ਘਾਟੀ ਸੱਭਿਅਤਾ ਸਥਾਨ ਭਾਰਤ ਵਿੱਚ ਸਥਿਤ ਹੈ? ਮੋਹਿੰਜੋਦੜੋ, ਲੋਥਲ, ਗੁਮਲਾ ਜਾਂ ਹੜੱਪਾ? ਤਾਂ ਲੋਥਲ ਜੋ ਹੈ ਉਹ ਭਾਰਤ ਵਿੱਚ, ਇੰਡੀਆ ਵਿੱਚ ਲੋਕੇਟਡ ਹੈ, ਇੰਡੀਆ ਵਿੱਚ, ਭਾਰਤ ਵਿੱਚ ਸਥਿਤ ਹੈ। ਹੜੱਪਾ ਦੇਖੋ ਜੀ, ਰਾਵੀ ਰਿਵਰ ਦੇ ਸਥਿਤ ਹੈ ਅਤੇ ਇਹ ਸਾਹੀਵਾਲ ਪੰਜਾਬ ਪਾਕਿਸਤਾਨ ਦੇ ਵਿੱਚ ਹੈ। ਅਤੇ ਇਸ ਦਾ ਐਕਸਕਾਵੇਟਰ ਮਤਲਬ ਕਿਸ ਨੇ ਇਹਦੀ ਖੋਜ ਕੀਤੀ ਸੀ? ਉਹਦਾ ਨਾਂ ਸੀ ਦਇਆਰਾਮ ਸਾਨੀ। ਅਤੇ ਕਦੋਂ? 1921 ਦੇ ਵਿੱਚ। ਦੇਖੋ ਜੀ, ਇਹਦੇ ਵਿੱਚ ਹੀ 4 ਕੁਐਸਚਨ ਬਣ ਸਕਦੇ ਨੇ। ਕਿਵੇਂ? ਜੋ ਹੜੱਪਾ ਹੈ, ਹੜੱਪਾ ਕਿਹੜੀ ਨਦੀ ਦੇ ਕਿਨਾਰੇ ਹੈ? ਰਾਵੀ ਨਦੀ ਦੇ ਕਿਨਾਰੇ। ਇਹ ਕਿੱਥੇ ਹੈ ਜੀ? ਇਹ ਸਾਹੀਵਾਲ ਪੰਜਾਬ ਪਾਕਿਸਤਾਨ ਵਿੱਚ ਹੈ। ਐਕਸਕਾਵੇਟਰ, ਇਸ ਦੀ ਖੋਜ ਕਿਸ ਨੇ ਕੀਤੀ? ਇਸ ਦੀ ਖੋਜ ਦਇਆਰਾਮ ਸਾਨੀ ਨੇ ਕੀਤੀ। ਕਦੋਂ ਕੀਤੀ? 1921 ਵਿੱਚ। ਉਸ ਤੋਂ ਬਾਅਦ ਮੋਹਨਜੋਦੜੋ ਬਾਰੇ ਦੇਖੋ ਜੀ, ਮੋਹਨਜੋਦੜੋ ਆ ਜੋ ਉਹ ਇੰਡਸ ਰਿਵਰ ਦੇ ਕਿਨਾਰੇ ਹੈ, ਅਤੇ ਇਹ ਲਰਕਾਣਾ ਸਿੰਧ ਪਾਕਿਸਤਾਨ ਵਿਖੇ ਹੈ। ਐਕਸਕਾਵੇਟਰ ਇਹਦੇ ਮਤਲਬ ਇਸ ਦੀ ਖੋਜ ਕਿਸ ਨੇ ਕੀਤੀ? ਰਾਖਲ ਦਾਸ ਬੈਨਰਜੀ, ਜਿਸ ਨੂੰ RD ਬੈਨਰਜੀ ਵੀ ਕਹਿੰਦੇ ਆ। ਅਤੇ ਕਦੋਂ ਕੀਤੀ? 1922 ਵਿੱਚ। ਉਸ ਤੋਂ ਬਾਅਦ ਲੋਥਲ ਹੈ ਜੀ ਬੁਗਾਵਾ ਰਿਵਰ ਦੇ ਕੰਢੇ 'ਤੇ। ਇਹ ਅਹਿਮਦਾਬਾਦ ਗੁਜਰਾਤ ਇੰਡੀਆ ਦੇ ਵਿੱਚ ਹੈ। ਅਤੇ ਇਸ ਦੇ ਐਕਸਕਾਵੇਟਰ ਕੌਣ ਹੈ? SR ਰਾਓ। 1954 ਦੇ ਵਿੱਚ ਇਸ ਦੀ ਖੋਜ ਹੋਈ ਸੀ। ਠੀਕ ਹੈ ਜੀ। ਅਗਲਾ ਸਵਾਲ ਦੇਖਦੇ। ਹੂ ਫਾਊਂਡਡ ਬ੍ਰਹਮੋ ਸਮਾਜ ਇਨ 1828। 1828 ਵਿੱਚ ਕਿਸ ਨੇ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਸੀ? ਇਸ ਦਾ ਸਹੀ ਆਨਸਰ ਜੀ ਰਾਜਾ ਰਾਮ ਮੋਹਨ ਰਾਏ ਨੇ। ਹੂ ਫਾਊਂਡਡ ਬ੍ਰਹਮੋ ਸਮਾਜ ਇਨ 1828? ਰਾਜਾ ਰਾਮ ਮੋਹਨ ਰਾਏ ਨੇ। ਨੈਕਸਟ ਕੁਐਸਚਨ। ਅਗਲਾ ਸਵਾਲ ਹੈ ਜੀ, ਦ ਕੂਕਾ ਮੂਵਮੈਂਟ ਆਫ 19th ਸੈਂਚੁਰੀ ਇਨ ਪੰਜਾਬ ਵਾਜ਼ ਲੈਡ ਬਾਏ। ਪੰਜਾਬ ਵਿੱਚ 19ਵੀਂ ਸਦੀ ਦੇ ਕੂਕਾ ਲਹਿਰ ਦੀ ਅਗਵਾਈ ਕੀਤੀ ਸੀ ਕਿਸ ਨੇ? ਭਾਈ ਰਾਮ ਸਿੰਘ ਨੇ। ਠੀਕ ਹੈ ਜੀ। ਇੰਪੋਰਟੈਂਟ ਸਵਾਲ ਹੈ, ਅੱਗੇ ਵੀ ਪੁੱਛਿਆ ਜਾ ਸਕਦਾ ਹੈ। ਨਾਮਧਾਰੀ ਜਿਸ ਨੂੰ ਕੂਕਾ ਵੀ ਕਿਹਾ ਜਾਂਦਾ ਸੀ, ਨਾਮਧਾਰੀ ਜਿਸ ਨੂੰ ਕੂਕਾ ਵੀ ਕਿਹਾ ਜਾਂਦਾ ਹੈ, ਸਿੱਖ ਧਰਮ ਵਿੱਚ ਇੱਕ ਸਰਬੋਤਮ ਸੰਪਰਦਾ ਹੈ। ਇਹ ਇੱਕ ਭਾਰਤ ਦਾ ਧਰਮ ਹੈ। ਨਾਮਧਾਰੀ ਲਹਿਰ ਦੀ ਸਥਾਪਨਾ ਬਾਲਕ ਸਿੰਘ ਦੁਆਰਾ ਕੀਤੀ ਗਈ ਸੀ। ਉਸ ਦੇ ਉੱਤਰਾਧਿਕਾਰੀ ਕੌਣ ਸੀ? ਰਾਮ ਸਿੰਘ ਸਨ। ਠੀਕ ਹੈ ਜੀ। ਤਾਂ ਆਪਾਂ ਯਾਦ ਰੱਖਣਾ, 19th ਸੈਂਚੁਰੀ ਦੇ ਵਿੱਚ ਪੰਜਾਬ ਦੇ ਵਿੱਚ ਕੂਕਾ ਲਹਿਰ, ਕੂਕਾ ਮੂਵਮੈਂਟ ਦੀ ਅਗਵਾਈ ਕਿਸ ਨੇ ਕੀਤੀ ਸੀ? ਭਾਈ ਰਾਮ ਸਿੰਘ ਨੇ। ਠੀਕ ਹੈ ਜੀ। ਅਗਲਾ ਸਵਾਲ ਦੇਖਦੇ ਹਾਂ। ਨੈਕਸਟ ਕੁਐਸਚਨ ਹੈ ਜੀ, 6ਵਾਂ ਕੁਐਸਚਨ। ਹੂ ਵਾਜ਼ ਦਾ ਪ੍ਰਾਈਮ ਮਿਨਿਸਟਰ ਆਫ ਗ੍ਰੇਟ ਬ੍ਰਿਟੇਨ ਵੈਨ ਇੰਡੀਆ ਗੋਟ ਇਟਸ ਇੰਡੀਪੈਂਡੈਂਸ। ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਸੀ ਤਾਂ ਗ੍ਰੇਟ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਕੌਣ ਸੀ? ਕਲੇਮੈਂਟ ਐਟਲੇ ਸੀ। ਠੀਕ ਹੈ ਜੀ, ਯਾਦ ਰੱਖਣਾ, ਕਲੇਮੈਂਟ ਐਟਲੇ। ਨੈਕਸਟ ਸਵਾਲ ਦੇਖੀਏ ਜੀ। ਨੈਕਸਟ ਕੁਐਸਚਨ ਹੈ, ਦੇਖੋ, ਡਿਊਰਿੰਗ ਵਿਚ ਮੂਵਮੈਂਟ ਡਿਡ ਮਹਾਤਮਾ ਗਾਂਧੀ ਗਿਵ ਦਾ ਸਲੋਗਨ ਡੂ ਔਰ ਡਾਈ। ਮਹਾਤਮਾ ਗਾਂਧੀ ਨੇ ਕਿਸ ਅੰਦੋਲਨ ਦੌਰਾਨ ਕਰੋ ਜਾਂ ਮਰੋ ਦਾ ਨਾਅਰਾ ਦਿੱਤਾ ਸੀ? ਕੁਇਟ ਇੰਡੀਆ ਮੂਵਮੈਂਟ। ਠੀਕ ਹੈ ਜੀ। ਡਿਊਰਿੰਗ ਵਿਚ ਮੂਵਮੈਂਟ? ਕੁਇਟ ਇੰਡੀਆ ਮੂਵਮੈਂਟ। ਡਿਊਰਿੰਗ ਕੁਇਟ ਇੰਡੀਆ ਮੂਵਮੈਂਟ ਮਹਾਤਮਾ ਗਾਂਧੀ ਗਿਵ ਦਾ ਸਲੋਗਨ ਡੂ ਔਰ ਡਾਈ। ਠੀਕ ਹੈ ਜੀ। ਅਗਲਾ ਸਵਾਲ ਦੇਖੀਏ। ਨੈਕਸਟ ਕੁਐਸਚਨ ਹੈ, ਹੂ ਵਾਜ਼ ਦਾ ਫਸਟ ਡਿਫੈਂਸ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ। ਸੁਤੰਤਰ ਭਾਰਤ ਦਾ ਪਹਿਲਾ ਰੱਖਿਆ ਮੰਤਰੀ ਕੌਣ ਸੀ? ਬਲਦੇਵ ਸਿੰਘ ਸੀ।
ਤੇ ਫਸਟ ਵੂਮਨ ਡਿਫੈਂਸ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ ਕੌਣ ਹੈ ਜੀ? ਇੰਦਰਾ ਗਾਂਧੀ। ਇਹ ਵੀ ਅੱਗੇ ਪੁੱਛਿਆ ਜਾ ਸਕਦਾ ਹੈ, ਇਹ ਵੀ ਯਾਦ ਰੱਖਣਾ ਆਪਾਂ। ਠੀਕ ਹੈ ਜੀ। ਅਗਲਾ ਸਵਾਲ ਦੇਖੀਏ। ਹੂ ਫਾਊਂਡਡ ਦ ਇੰਡੀਅਨ ਨੈਸ਼ਨਲ ਕਾਂਗਰਸ ਇਨ 1885? 1885 ਵਿੱਚ ਕਿਸ ਨੇ ਇੰਡੀਅਨ ਨੈਸ਼ਨਲ ਕਾਂਗਰਸ INC ਦੀ ਸਥਾਪਨਾ ਕੀਤੀ ਸੀ? AO ਹਿਊਮ ਨੇ। ਤੇ ਇਸ ਦੇ ਬਾਰੇ ਹੋਰ ਇਨਫੋਰਮੇਸ਼ਨ ਦੇਖੀਏ। ਦਾ ਫਸਟ ਸੈਸ਼ਨ ਵਾਜ਼ ਹੈਲਡ ਐਟ ਗੋਕੁਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ। ਇਹ ਵੀ ਸਵਾਲ ਬਣ ਸਕਦਾ ਕਿ ਦਾ INC ਇੰਡੀਅਨ ਨੈਸ਼ਨਲ ਕਾਂਗਰਸ ਦਾ ਫਸਟ ਸੈਸ਼ਨ ਕਿੱਥੇ ਹੋਇਆ ਸੀ? ਗੋਕੁਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਬੰਬੇ ਦੇ ਵਿੱਚ ਹੋਇਆ ਸੀ। ਅਤੇ ਕਿਹਦੀ ਪ੍ਰੈਜ਼ੀਡੈਂਸੀ ਦੇ ਅੰਡਰ ਦਾ ਪ੍ਰੈਜ਼ੀਡੈਂਸੀ ਆਫ ਵੁਮੇਸ਼ ਚੰਦਰ ਬੈਨਰਜੀ, WC ਬੈਨਰਜੀ। ਕਦੋਂ? 1885 ਦੇ ਵਿੱਚ। ਦਾ ਫਸਟ ਸੈਸ਼ਨ ਵਾਜ਼ ਅਟੈਂਡਡ ਬਾਏ 72 ਡੈਲੀਗੇਟਸ। ਇਹ ਵੀ ਸਵਾਲ ਬਣ ਜਾਂਦਾ ਹੈ ਜੀ। ਅਤੇ ਜਿਹੜਾ ਫਸਟ ਸੈਸ਼ਨ ਸੀ ਉਹ ਕਿੰਨੇ ਡੈਲੀਗੇਟਸ ਦੁਆਰਾ ਅਟੈਂਡ ਕੀਤਾ ਗਿਆ ਸੀ? 72। ਦ ਵਾਇਸਰਾਏ ਆਫ ਇੰਡੀਆ ਐਟ ਦਾ ਟਾਈਮ ਵਾਜ਼ ਲਾਰਡ ਡਫਰਿਨ, ਹੂ ਗੇਵ ਹਿਜ਼ ਪਰਮਿਸ਼ਨ ਟੂ AO ਹਿਊਮ ਫॉर ਦਾ ਫਸਟ ਸੈਸ਼ਨ। ਉਸ ਟਾਈਮ ਵਾਇਸਰਾਏ ਆਫ ਇੰਡੀਆ ਕੌਣ ਸੀ? ਲਾਰਡ ਡਫਰਿਨ ਸੀ। ਠੀਕ ਹੈ ਜੀ। ਇਹ ਕੁਝ ਸਵਾਲ ਨੇ, ਇਹ ਵੀ ਇੰਪੋਰਟੈਂਟ ਨੇ, ਅੱਗੇ ਪੁੱਛੇ ਜਾ ਸਕਦੇ ਹਨ। ਅਗਲਾ ਸਵਾਲ ਦੇਖਦੇ ਹਾਂ। ਹੂ ਲੇਡ ਦਾ ਫਾਊਂਡੇਸ਼ਨ ਸਟੋਨ ਆਫ ਹਰਮੰਦਰ ਸਾਹਿਬ ਇਨ ਅੰਮ੍ਰਿਤਸਰ? ਅੰਮ੍ਰਿਤਸਰ ਵਿੱਚ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਨੇ ਰੱਖਿਆ ਸੀ? ਮੀਆਂ ਮੀਰ ਜੀ ਨੇ। ਠੀਕ ਹੈ ਜੀ। ਇੰਪੋਰਟੈਂਟ ਸਵਾਲ ਹੈ, ਕਈ ਵਾਰ ਪੁੱਛੇ ਗਏ, ਅੱਗੇ ਵੀ ਪੁੱਛਿਆ ਜਾ ਸਕਦਾ ਹੈ। ਅਗਲਾ ਸਵਾਲ ਦੇਖੀਏ ਜੀ। ਅਗਲਾ ਕੁਐਸਚਨ ਹੈ ਵੇਅਰ ਡਜ਼ ਦਾ ਰਿਵਰ ਇੰਦਸ ਓਰੀਜਨੇਟ? ਸਿੰਧ ਨਦੀ ਕਿੱਥੋਂ ਆਉਂਦੀ ਹੈ? ਟਿਬਟਨ ਪਲੇਟਿਊ ਤੋਂ ਆਉਂਦੀ ਹੈ। ਕਿੱਥੋਂ ਆਉਂਦੀ ਹੈ? ਟਿਬਟਨ ਪਲੇਟਿਊ ਤੋਂ। ਇਹਦਾ ਓਰੀਜਨੇਟ ਪੁੱਛਿਆ ਹੈ ਕਿ ਕਿੱਥੋਂ ਹੁੰਦਾ ਰਿਵਰ ਇੰਦਸ ਦਾ? ਟਿਬਟਨ ਪਲੇਟਿਊ ਤੋਂ। ਅਗਲਾ ਸਵਾਲ ਦੇਖਦੇ ਹਾਂ। ਵਿਚ ਆਫ ਦੀਜ਼ ਮਾਊਂਟੇਨ ਪੀਕਸ ਇਜ਼ ਨਾਟ ਇਨ ਇੰਡੀਆ? ਇਹਨਾਂ ਵਿੱਚੋਂ ਕਿਹੜਾ ਪਹਾੜੀ ਚੋਟੀ ਭਾਰਤ ਵਿੱਚ ਨਹੀਂ ਹੈ? ਭਾਰਤ ਵਿੱਚ ਨਹੀਂ ਹੈ ਪੁੱਛਿਆ ਹੈ। ਤਾਂ ਮਾਊਂਟ ਐਵਰੈਸਟ। ਇਹ ਬਾਰਡਰ ਬਿਟਵੀਨ ਨੇਪਾਲ ਐਂਡ ਤਿੱਬਤ ਚਾਈਨਾ ਦੇ ਵਿੱਚ ਹੈ, ਨਾ ਕਿ ਇੰਡੀਆ ਦੇ ਵਿੱਚ। ਨੰਦਾ ਦੇਵੀ ਉਹ ਹਿਮਾਚਲ ਪ੍ਰਦੇਸ਼ ਵਿੱਚ ਹੈ। ਦੋਦਾ ਬੇਟਾ ਤਾਮਿਲਨਾਡੂ ਵਿੱਚ ਹੈ। ਮਾਊਂਟ ਆਬੂ ਰਾਜਸਥਾਨ ਦੇ ਵਿੱਚ ਹੈ। ਠੀਕ ਹੈ ਜੀ। ਅਗਲਾ ਸਵਾਲ ਦੇਖੀਏ। ਬੁਦਾਪੈਸਟ ਇਜ਼ ਦਾ ਕੈਪੀਟਲ ਆਫ ਵਿਚ ਯੂਰਪੀਅਨ ਨੇਸ਼ਨ? ਬੁਦਾਪੈਸਟ ਇਜ਼ ਦਾ ਕੈਪੀਟਲ ਆਫ ਵਿਚ ਯੂਰਪੀਅਨ ਨੇਸ਼ਨ? ਬੁਦਾਪੈਸਟ ਕਿਸ ਯੂਰਪੀਅਨ ਦੇਸ਼ ਦੀ ਰਾਜਧਾਨੀ ਹੈ? ਇਹ ਹੰਗਰੀ ਦੀ ਰਾਜਧਾਨੀ ਹੈ। ਤਾਂ ਆਪਸ਼ਨ ਦੇ ਵਿੱਚ ਦੇਖੋ ਜੀ, ਕ੍ਰੋਏਸ਼ੀਆ ਹੈ। ਕ੍ਰੋਏਸ਼ੀਆ ਦੀ ਰਾਜਧਾਨੀ ਹੈ ਜ਼ਾਗਰੇਬ। ਪੋਲੈਂਡ ਦੀ ਹੈ ਵਾਰਸਰ। ਸਲੋਵਾਕੀਆ ਦੀ ਹੈ ਬ੍ਰੈਟਿਸਲਾਵਾ। ਠੀਕ ਹੈ ਜੀ। ਹੰਗਰੀ ਦੀ ਕਿਹੜੀ ਹੈ? ਬੁਦਾਪੈਸਟ। ਅਗਲਾ ਸਵਾਲ। ਵਟ ਇਜ਼ ਐਂਟਰਿਕਸ? ਵਟ ਇਜ਼ ਐਂਟਰਿਕਸ? ਐਂਟਰਿਕਸ ਕੀ ਹੈ? ਇਹ ਇੱਕ ਕਮਰਸ਼ੀਅਲ ਵਿੰਗ ਆਫ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ISRO। ਕਮਰਸ਼ੀਅਲ ਵਿੰਗ ਹੈ ਇੱਕ ISRO ਦੀ। ਠੀਕ ਹੈ ਜੀ। ਅਗਲਾ ਸਵਾਲ ਦੇਖੀਏ। ਵੇਅਰ ਵਿਲ ਦਾ ਨੈਕਸਟ ICC ਕ੍ਰਿਕਟ ਵਰਲਡ ਕੱਪ ਬੀ ਹੈਲਡ? ਇਹ 2015 ਦਾ ਸਵਾਲ ਹੈ। ਤਾਂ 2015 ਦੇ ਵਿੱਚ ਪੁੱਛਿਆ ਗਿਆ ਸੀ। ਤਾਂ ਉਸ ਟਾਈਮ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਹੋਣਾ ਸੀ ਇਹ। ਠੀਕ ਹੈ ਜੀ। ਹੁਣ ਅੱਜ ਦੀ ਜੇ ਆਪਾਂ ਅੱਜ ਦੇ ਮੌਕੇ 'ਤੇ ਦੇਖੀਏ ਤਾਂ ਕਿਵੇਂ ਚੱਲ ਰਿਹਾ, ਤਾਂ ਉਹ ਦੇਖੀਏ ਜੀ 2021 ਦੇ ਵਿੱਚ ICC ਵੂਮਨ ਕ੍ਰਿਕਟ ਵਰਲਡ ਕੱਪ ਹੋਣਾ ਹੈ ਜੀ ਨਿਊਜ਼ੀਲੈਂਡ ਦੇ ਵਿੱਚ। ਠੀਕ ਹੈ ਜੀ। ਜੋ ਕਿ ਪੋਸਟਪੋਨ ਕਰ ਦਿੱਤਾ ਗਿਆ 2022 ਦੇ ਵਿੱਚ। 2023 ICC ਮੈਨ ਕ੍ਰਿਕਟ ਵਰਲਡ ਕੱਪ ਹੋਣਾ, ਇੰਡੀਆ ਹੋਸਟ ਕਰੇਗੀ ਉਸਨੂੰ। ਉਸ ਤੋਂ ਬਾਅਦ 2021 ਦਾ ICC ਮੈਨ T20 ਵਰਲਡ ਕੱਪ, ਉਸ ਨੂੰ ਵੀ ਇੰਡੀਆ ਹੋਸਟ ਕਰਨ ਜਾ ਰਹੀ ਹੈ। 2022 ਦਾ ICC ਵੂਮਨ T20 ਵਰਲਡ ਕੱਪ, ਉਸ ਨੂੰ ਸਾਊਥ ਅਫਰੀਕਾ ਹੋਸਟ ਕਰਨ ਜਾ ਰਹੀ ਹੈ। ਇਹਨਾਂ ਨੂੰ ਇੱਕ ਵਾਰ ਦੁਬਾਰਾ ਚੈੱਕ ਜ਼ਰੂਰ ਕਰ ਲਿਓ ਤੁਸੀਂ। ਠੀਕ ਹੈ ਜੀ। ਅਗਲਾ ਸਵਾਲ ਦੇਖਦੇ ਹਾਂ। ਦੁਰੰਦ ਕੱਪ ਇਜ਼ ਐਸੋਸੀਏਟਿਡ ਵਿਦ? ਦੁਰੰਦ ਕੱਪ ਕਿਸ ਨਾਲ ਸੰਬੰਧਿਤ ਹੈ? ਇਹ ਦੁਰੰਦ ਕੱਪ ਫੁੱਟਬਾਲ ਦੇ ਨਾਲ ਸੰਬੰਧਿਤ ਹੈ। ਹੋਰ ਦੇਖੀਏ ਜੀ, ਜਿਵੇਂ ਰੋਵਰਸ ਕੱਪ, ਸੰਤੋਸ਼ ਟਰਾਫੀ, ਇਹ ਵੀ ਫੁੱਟਬਾਲ ਦੇ ਨਾਲ ਹੀ ਰਿਲੇਟਿਡ ਹੈ। ਅਤੇ ਸਿੱਧੇ ਸਵਾਲ ਬਣ ਜਾਂਦੇ ਕਈ ਵਾਰ ਇਹ। ਦਲੀਪ ਟਰਾਫੀ, ਦਿਓਦਾ ਟਰਾਫੀ, ਰਣਜੀ ਟਰਾਫੀ ਤਾਂ ਤੁਹਾਨੂੰ ਪਤਾ ਹੀ ਹੋਵੇਗਾ। ਇਰਾਨੀ ਟਰਾਫੀ ਹੋ ਗਿਆ, JK ਬੋਸ ਟਰਾਫੀ, ਵਿਜੇ ਹਜ਼ਾਰੇ ਟਰਾਫੀ, ਇਹ ਸਾਰੀਆਂ ਕ੍ਰਿਕਟ ਦੇ ਨਾਲ ਸੰਬੰਧਿਤ ਹੈ। ਉਸ ਤੋਂ ਬਾਅਦ ਸੁਲਤਾਨ ਆਫ ਜੋਹਰ ਕੱਪ, ਅਜ਼ਲਨ ਸ਼ਾਹ ਕੱਪ, ਇਹ ਹਾਕੀ ਦੇ ਨਾਲ ਰਿਲੇਟਿਡ ਹੈ। ਫੈਡ ਕੱਪ, ਜਿਸ ਦਾ ਨੇਮ ਚੇਂਜ ਕਰਕੇ ਬਿਲੀ ਜੀਨ ਕਿੰਗ ਕੱਪ ਕਰ ਦਿੱਤਾ ਗਿਆ, ਜੋ ਕਿ ਵੂਮੈਨਸ ਦੇ ਨਾਲ ਰਿਲੇਟਿਡ ਹੈ। ਅਤੇ ਡੇਵਿਸ ਕੱਪ ਜੋ ਕਿ ਮੈਨਸ ਦੇ ਨਾਲ ਰਿਲੇਟਿਡ ਹੈ, ਇਹ ਟੈਨਿਸ ਦੇ ਨਾਲ ਰਿਲੇਟਿਡ ਨੇ। ਠੀਕ ਹੈ ਜੀ। ਯਾਦ ਰੱਖਣੇ, ਇਹਨਾਂ 'ਚੋਂ ਵੀ ਕਈ ਵਾਰ ਅੱਗੇ ਸਵਾਲ ਬਣ ਸਕਦਾ ਹੈ ਹੁਣ। ਠੀਕ ਹੈ ਜੀ। ਅਗਲਾ ਸਵਾਲ ਦੇਖਦੇ ਹਾਂ। ਨੈਕਸਟ ਕੁਐਸਚਨ ਹੈ ਜੀ, ਦੇਖੋ। ਦ ਗਿਰ ਫੋਰੈਸਟ
ਇਨ ਗੁਜਰਾਤ ਆਰ ਫੇਮਸ ਫॉर ਵਿਚ ਵਾਈਲਡ ਐਨੀਮਲਸ। ਗੁਜਰਾਤ ਦਾ ਗਿਰ ਜੰਗਲ ਕਿਸ ਜੰਗਲੀ ਜਾਨਵਰਾਂ ਲਈ ਮਸ਼ਹੂਰ ਹੈ? ਦ ਏਸ਼ੀਆਟਿਕ ਲਾਇਨ ਦੇ ਲਈ ਮਸ਼ਹੂਰ ਹੈ ਜੀ ਇਹ, ਦ ਗਿਰ ਫੋਰੈਸਟ। ਇਹ ਸਵਾਲ ਇਵੇਂ ਵੀ ਬਣ ਸਕਦਾ ਜਾਂ ਗਿਰ ਫੋਰੈਸਟ ਕਿੱਥੇ, ਕਿਹੜੀ ਸਟੇਟ ਦੇ ਵਿੱਚ ਹੈ? ਇੰਡੀਆ ਦੀ ਗੁਜਰਾਤ ਦੇ ਵਿੱਚ ਹੈ। ਅਤੇ ਕਿਹਦੇ ਲਈ, ਕਿਹੜੇ ਵਾਈਲਡ ਐਨੀਮਲ ਦੇ ਲਈ ਫੇਮਸ ਹੈ? ਏਸ਼ੀਆਟਿਕ ਲਾਇਨ ਦੇ ਲਈ। ਠੀਕ ਹੈ ਜੀ। ਅਗਲਾ ਸਵਾਲ ਦੇਖਦੇ ਹਾਂ। ਨੈਕਸਟ ਕੁਐਸਚਨ ਹੈ ਜੀ, ਦੇਖੋ, ਐਜ਼ਵਾਲ ਇਜ਼ ਦਾ ਕੈਪੀਟਲ ਆਫ ਵਿਚ ਨਾਰਥ ਈਸਟਰਨ ਸਟੇਟ। ਆਪਣੀ ਹਰੇਕ ਇੰਡੀਆ ਦੀ ਸਟੇਟ ਦੀ ਰਾਜਧਾਨੀ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ, ਕੋਈ ਵੀ ਪੁੱਛੀ ਜਾ ਸਕਦੀ ਹੈ। ਆਈਜ਼ਵਾਲ ਕਿਹੜੇ ਉੱਤਰ ਪੂਰਬੀ ਰਾਜ ਦੀ ਰਾਜਧਾਨੀ ਹੈ? ਇਹ ਮਿਜ਼ੋਰਮ ਦੀ ਰਾਜਧਾਨੀ ਹੈ ਐਜ਼ਵਾਲ। ਬਾਕੀ ਆਪਸ਼ਨਸ ਦੇਖੋ ਜੀ, ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਹੈ ਈਟਾਨਗਰ, ਤ੍ਰਿਪੁਰਾ ਦੀ ਹੈ ਅਗਰਤਲਾ, ਮਨੀਪੁਰ ਦੀ ਰਾਜਧਾਨੀ ਹੈ ਇੰਫਾਲ, ਮਿਜ਼ੋਰਮ ਦੀ ਰਾਜਧਾਨੀ ਕਿਹੜੀ ਹੈ ਜੀ? ਐਜ਼ਵਾਲ। ਠੀਕ ਹੈ ਜੀ। ਅਗਲਾ ਸਵਾਲ ਦੇਖਦੇ ਹਾਂ। ਹੂ ਇਜ਼ ਦਾ ਕਰੰਟ ਚੀਫ ਆਫ ਇੰਡੀਅਨ ਨਾਵਲ ਸਟਾਫ? 2012 ਦੇ ਵਿੱਚ ਇਹ ਪੁੱਛਿਆ ਗਿਆ ਸੀ, ਤਾਂ ਆਪਣਾ ਉਸ ਟਾਈਮ ਆਨਸਰ ਸੀਗਾ ਜੀ ਐਡਮਿਰਲ ਨਿਰਮਲ ਕੁਮਾਰ ਵਰਮਾ। ਐਡਮਿਰਲ ਨਿਰਮਲ ਕੁਮਾਰ ਵਰਮਾ 2012 ਦੇ ਵਿੱਚ। ਅਤੇ ਹੁਣ ਕੌਣ ਹੈ? ਹੁਣ ਹੈ ਜੀ ਦੇਖੋ ਆਪਣੇ ਜੋ ਚੀਫ ਆਫ ਨਵਾਲ ਸਟਾਫ 24th ਕਰਮਵੀਰ ਸਿੰਘ, ਜਾਂ ਆਪਣੇ ਤੋਂ ਆ ਵੀ ਪੁੱਛਿਆ ਜਾ ਸਕਦਾ ਕਿ ਏਅਰ ਸਟਾਫ ਦੇ ਚੀਫ ਕੌਣ ਹੈ? 26th ਰਾਕੇਸ਼ ਕੁਮਾਰ ਸਿੰਘ ਭਦੌੜੀਆ। ਆਰਮੀ ਸਟਾਫ ਦੇ ਚੀਫ ਕੌਣ ਹੈ ਜੀ? 28th ਮਨੋਜ ਮੁਕੁੰਦ ਨਰਵਾਣੇ। ਅਤੇ ਇੰਡੀਆਜ਼ ਫਸਟ ਚੀਫ ਆਫ ਡਿਫੈਂਸ ਸਟਾਫ CDS ਕੌਣ ਹੈ? ਬਿਪਿਨ ਰਾਵਤ। ਠੀਕ ਹੈ ਜੀ। ਇਹ ਵੀ ਇੰਪੋਰਟੈਂਟ ਸਵਾਲ ਬਣ ਸਕਦੇ ਨੇ ਅੱਗੇ, ਅਤੇ ਇਹ ਵੀ ਆਪਾਂ ਯਾਦ ਰੱਖਣੇ ਨੇ। ਅਗਲਾ ਸਵਾਲ ਦੇਖਦੇ ਹਾਂ। ਵਿਚ ਆਫ ਦਾ ਫੋਲੋਇੰਗ ਇੰਡੀਅਨ ਸਪੋਰਟਸਮੈਨ ਹੈਜ਼ ਨਾਟ ਵੋਨ ਐਨੀ ਓਲੰਪਿਕ ਮੈਡਲ? ਇਹ ਵੀ 2012 ਦੇ ਆ, ਜਿਵੇਂ ਕਰੰਟ ਅਫੇਅਰ ਦੇ ਵਿੱਚੋਂ ਸਵਾਲ ਪੁੱਛਿਆ ਗਿਆ ਹੈ। ਇਹਨਾਂ ਵਿੱਚੋਂ ਕਿਸ ਭਾਰਤੀ ਖਿਡਾਰੀ ਨੇ ਕੋਈ ਓਲੰਪਿਕ ਤਗਮਾ ਨਹੀਂ ਜਿੱਤਿਆ? ਵਿਸ਼ਵਨਾਥਨ ਆਨੰਦ ਨੇ। ਹੁਣ ਆਪਾਂ ਸਮਰ ਓਲੰਪਿਕਸ ਅਤੇ ਵਿੰਟਰ ਓਲੰਪਿਕਸ ਦੇ ਬਾਰੇ ਵੀ ਗੱਲ ਕਰ ਲਈਏ। 2020 ਦੇ ਵਿੱਚ ਸਮਰ ਓਲੰਪਿਕਸ ਹੋਣਾ ਸੀ ਜੋ ਕਿ ਟੋਕੀਓ ਜਾਪਾਨ ਦੇ ਵਿੱਚ ਹੋਣਾ ਸੀ, ਉਹ ਪੋਸਟਪੋਨ ਕਰ ਦਿੱਤਾ ਗਿਆ 2021 ਦੇ ਵਿੱਚ। ਉਸ ਤੋਂ ਬਾਅਦ 2024 ਦਾ ਸਮਰ ਓਲੰਪਿਕ ਹੈ ਜੋ ਕਿ ਪੈਰਿਸ ਫਰਾਂਸ ਦੇ ਵਿੱਚ ਹੋਣਾ। 2028 ਦਾ ਸਮਰ ਓਲੰਪਿਕ ਹੈ ਜੋ ਕਿ ਲਾਸ ਐਂਜਲਸ ਕੈਲੀਫੋਰਨੀਆ USA ਦੇ ਵਿੱਚ ਹੋਣਾ। ਉਸ ਤੋਂ ਬਾਅਦ 2022 ਦਾ ਵਿੰਟਰ ਓਲੰਪਿਕ ਬੀਜਿੰਗ ਚਾਈਨਾ ਦੇ ਵਿੱਚ ਹੋਣਾ। 2026 ਦਾ ਵਿੰਟਰ ਓਲੰਪਿਕ ਮਿਲਾਨ ਐਂਡ ਕੋਟੀਨੋ ਦੇ ਐਂਪੇਜ਼ੋ ਇਟਲੀ ਦੇ ਵਿੱਚ, ਇਟਲੀ ਯਾਦ ਰੱਖਣਾ ਆਪਾਂ, ਇਟਲੀ ਦੇ ਵਿੱਚ ਹੋਣਾ। ਹਰੇਕ 4 ਸਾਲ ਬਾਅਦ ਹੁੰਦਾ ਹੈ। ਦੇਖੋ ਇੱਥੇ ਥੋੜ੍ਹਾ ਜਿਹਾ ਗੜਬੜਾ ਗਿਆ ਹੈ। 2020 ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਕਰੋਨਾ ਕਰਕੇ ਇਹ ਲੇਟ ਹੋ ਗਿਆ, ਤਾਂ ਪੋਸਟਪੋਨ ਹੋ ਗਿਆ 2021 ਦੇ ਵਿੱਚ। 2024 ਦੇ ਵਿੱਚ ਹੋਣਾ ਹੈ ਹੁਣ ਪੈਰਿਸ ਫਰਾਂਸ ਦੇ ਵਿੱਚ। 2028 4 ਸਾਲ ਬਾਅਦ ਲਾਸ ਐਂਜਲਸ ਕੈਲੀਫੋਰਨੀਆ US ਦੇ ਵਿੱਚ। 2022 ਦਾ ਵਿੰਟਰ ਓਲੰਪਿਕ ਬੀਜਿੰਗ ਚਾਈਨਾ 4 ਸਾਲ ਬਾਅਦ 2026 ਦੇ ਵਿੱਚ ਇਟਲੀ ਦੇ ਵਿੱਚ। ਠੀਕ ਹੈ ਜੀ। ਇਹ ਸਾਰੇ ਇੰਪੋਰਟੈਂਟ ਪੁਆਇੰਟਸ ਨੇ, ਯਾਦ ਰੱਖਣੇ, ਅੱਗੇ ਸਵਾਲ ਬਣ ਸਕਦੇ ਨੇ। ਅਗਲਾ ਸਵਾਲ ਦੇਖਦੇ। ਵਿਚ ਫਾਰਮਰ ਯੂਨੀਅਨ ਮਿਨਿਸਟਰ ਵਾਜ਼ ਅਰੈਸਟਡ ਬਾਏ CBI ਇਨ ਦਾ 2G ਸਪੈਕਟਰਮ ਐਲੋਕੇਸ਼ਨ ਕੇਸ? ਕਿਹੜੇ ਸਾਬਕਾ ਕੇਂਦਰੀ ਮੰਤਰੀ ਨੂੰ CBI ਨੇ 2G ਸਪੈਕਟਰਮ ਅਲਾਟਮੈਂਟ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ? A ਰਾਜਾ ਨੂੰ, ਜੋ ਕਿ ਟੈਲੀਕਾਮ ਮਿਨਿਸਟਰ ਸੀ। ਠੀਕ ਹੈ ਜੀ। ਅਗਲਾ ਸਵਾਲ ਦੇਖਦੇ ਹਾਂ। ਹੂ ਪ੍ਰੈਜ਼ੈਂਟਡ ਦਾ ਐਨੂਅਲ ਰੇਲਵੇ ਬਜਟ 2012 ਦਾ? ਇਹ ਵੀ 2012 ਦਾ ਕਰੰਟ ਅਫੇਅਰ ਦਾ ਸਵਾਲ ਹੈ। ਸਾਲਾਨਾ ਰੇਲ ਬਜਟ 2012 ਕਿਸ ਨੇ ਪੇਸ਼ ਕੀਤਾ? ਦਿਨੇਸ਼ ਤ੍ਰਿਵੇਦੀ ਨੇ। ਹੁਣ ਸਵਾਲ ਇਹ ਹੈ ਜੀ, ਰੇਲਵੇ ਮਿਨਿਸਟਰ ਕੌਣ ਹੈ ਇਸ ਟਾਈਮ ਆਪਣਾ? ਉਹ ਤੁਸੀਂ ਕਮੈਂਟ ਕਰਕੇ ਦੱਸਣਾ ਮੈਨੂੰ। ਠੀਕ ਹੈ। ਅਗਲਾ ਸਵਾਲ ਦੇਖੀਏ। ਵਿਚ ਪੋਲੀਟੀਕਲ ਪਾਰਟੀ ਵਨ ਮੈਜੋਰਿਟੀ ਇਨ ਦਾ ਉੱਤਰ ਪ੍ਰਦੇਸ਼ 2012 ਅਸੈਂਬਲੀ ਇਲੈਕਸ਼ਨ ਦੇ ਵਿੱਚ? ਸਮਾਜਵਾਦੀ ਪਾਰਟੀ। ਉੱਤਰ ਪ੍ਰਦੇਸ਼ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸ ਰਾਜਨੀਤਿਕ ਪਾਰਟੀ ਨੇ ਬਹੁਮਤ ਪ੍ਰਾਪਤ ਕੀਤੀ ਸੀ? ਸਮਾਜਵਾਦੀ ਪਾਰਟੀ ਨੇ। ਹੁਣ 2021 ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਕਿਹੜੀ ਪੋਲੀਟੀਕਲ ਪਾਰਟੀ ਨੇ ਮੈਜੋਰਿਟੀ ਹਾਸਿਲ ਕੀਤੀ ਹੈ ਜੀ? ਉਹ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਮੈਨੂੰ, ਸਾਰਿਆਂ ਨੂੰ ਪਤਾ ਹੀ ਹੋਵੇਗਾ। ਅਤੇ ਉਸ ਦਾ ਮੁੱਖ ਮੰਤਰੀ ਅਤੇ ਗਵਰਨਰ ਵੀ ਜੇ ਤੁਸੀਂ ਦੱਸ ਦਿਓ ਤਾਂ ਜ਼ਿਆਦਾ ਵਧੀਆ ਹੋਵੇਗਾ। ਅਗਲਾ ਸਵਾਲ। ਹੂ ਵਾਜ਼ ਦਾ ਚੀਫ ਆਰਕੀਟੈਕਟ ਆਫ ਦਾ ਸਿਟੀ ਆਫ ਚੰਡੀਗੜ੍ਹ? ਬਹੁਤ ਵਾਰ ਪੁੱਛਿਆ ਗਿਆ ਇਹ ਸਵਾਲ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਚੰਡੀਗੜ੍ਹ ਸ਼ਹਿਰ ਦਾ ਮੁੱਖ ਆਰਕੀਟੈਕਟ ਕੌਣ ਸੀ? ਲੀ ਕੋਰਬਿਊਜ਼ਰ ਸੀ, ਲੀ ਕੋਰਬਿਊਜ਼ਰ। ਠੀਕ ਹੈ ਜੀ। ਅਗਲਾ ਸਵਾਲ ਦੇਖੀਏ। ਸ਼੍ਰੀ ਹਰੀਕੋਟਾ ਆਈਲੈਂਡਸ ਆਰ ਫੇਮਸ ਫॉर? ਸ਼੍ਰੀ ਹਰੀਕੋਟਾ ਆਈਲੈਂਡ ਮਸ਼ਹੂਰ ਹੈ ਕਿਸ ਲਈ? ਲਾਂਚ ਪੈਡ ਫॉर ਇੰਡੀਅਨ ਸਪੇਸ ਮਿਸ਼ਨਸ ਦੇ ਲਈ, ਲਾਂਚ ਪੈਡ ਫॉर ਇੰਡੀਅਨ ਸਪੇਸ ਮਿਸ਼ਨਸ ਦੇ ਲਈ। ਅਗਲਾ ਸਵਾਲ ਦੇਖੀਏ ਜੀ। ਵਿਚ ਆਫ ਦਾ ਫੋਲੋਇੰਗ ਪਰਸਨੈਲਿਟੀਜ਼ ਹੈਵ ਨਾਟ ਰਿਸੀਵਡ ਭਾਰਤ ਰਤਨ ਟਿਲ ਡੇਟ? ਇਹ ਵੀ 2012 ਦੇ ਵਿੱਚ ਪੁੱਛਿਆ ਗਿਆ ਸੀ ਸਵਾਲ।
ਤਾਂ ਦੇਖੋ ਜੀ ਉਸ ਟਾਈਮ ਸਚਿਨ ਤੰਦੂਲਕਰ ਨੂੰ ਨਹੀਂ ਮਿਲਿਆ ਸੀ। 2013 ਦੇ ਵਿੱਚ ਸਚਿਨ ਤੰਦੂਲਕਰ ਨੂੰ ਇਹ ਭਾਰਤ ਰਤਨ ਮਿਲਿਆ ਸੀਗਾ। ਤਾਂ ਦੇਖੋ ਜੀ ਲਤਾ ਮੰਗੇਸ਼ਕਰ ਨੂੰ 2001 ਦੇ ਵਿੱਚ ਮਿਲਿਆ, CV ਰਮਨ ਨੂੰ 1954 ਵਿੱਚ, ਰਾਜੀਵ ਗਾਂਧੀ ਨੂੰ 1991 ਦੇ ਵਿੱਚ, ਸਚਿਨ ਤੰਦੂਲਕਰ ਨੂੰ 2013 ਦੇ ਵਿੱਚ। ਠੀਕ ਹੈ ਜੀ। ਇਹਦੇ ਨਾਲ ਰਿਲੇਟਡ ਕੁਝ ਹੋਰ ਪੁਆਇੰਟਸ ਨੇ, ਦੇਖੋ ਇਹ ਵੀ ਯਾਦ ਰੱਖਣੇ ਆਪਾਂ। ਰਾਜਾ ਗੋਪਾਲ ਆਚਾਰੀ, ਸਰਵਪਲੀ ਰਾਧਾਕ੍ਰਿਸ਼ਨਨ ਐਂਡ CV ਰਮਨ ਫਸਟ ਰੈਸੀਪੈਂਟ ਆਫ ਭਾਰਤ ਰਤਨ ਅਵਾਰਡ 1954 ਦੇ ਵਿੱਚ। ਪਹਿਲੇ ਰੈਸੀਪੈਂਟ ਕੌਣ ਸੀ ਇਹ ਭਾਰਤ ਰਤਨ ਅਵਾਰਡ ਦੇ 1954 ਦੇ ਵਿੱਚ? ਰਾਜਾ ਗੋਪਾਲ ਆਚਾਰੀ, ਸਰਵਪਲੀ ਰਾਧਾਕ੍ਰਿਸ਼ਨਨ ਅਤੇ CV ਰਮਨ। ਉਸ ਤੋਂ ਬਾਅਦ ਦੇਖੋ ਜੀ ਹੁਣ 2019 ਦੇ ਵਿੱਚ ਪ੍ਰਣਬ ਮੁਖਰਜੀ, ਨਾਨਾ ਜੀ ਦੇਸ਼ਮੁਖ ਅਤੇ ਭੁਪਿਨ ਹਜ਼ਾਰਿਕਾ, ਇਹਨਾਂ ਨੂੰ ਮਿਲਿਆ ਇਹ। ਅੱਗੇ 2020 ਦੇ ਵਿੱਚ ਕਿਹਨਾਂ ਨੂੰ ਮਿਲੇ ਉਹ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਮੈਨੂੰ। ਠੀਕ ਹੈ ਜੀ। ਅਗਲਾ ਸਵਾਲ, ਸਟੀਵ ਜੌਬਸ ਹੂ ਡਾਈਡ ਰੀਸੈਂਟਲੀ ਵਾਜ਼ ਦ CEO ਆਫ ਵਿਚ ਕੰਪਨੀ? ਸਟੀਵ ਜੌਬਸ ਜਿਸ ਦੀ ਹਾਲ ਹੀ ਵਿੱਚ ਮੌਤ ਹੋ ਗਈ ਸੀ, ਇਸ ਕਿਸ ਕੰਪਨੀ ਦਾ CEO ਸੀ? ਐਪਲ ਕੰਪਿਊਟਰਸ ਦਾ। ਠੀਕ ਹੈ ਜੀ। ਇਹ ਓਬਿਚਰੀ ਦੇ ਵਿੱਚ ਸਵਾਲ ਪੁੱਛਿਆ ਗਿਆ। ਅਗਲਾ ਸਵਾਲ ਦੇਖੀਏ, ਵਿਚ ਆਫ ਦ ਫੋਲੋਇੰਗ ਇਜ਼ ਯੂਜ਼ਡ ਇਨ ਪੈਨਸਿਲਸ? ਪੈਨਸਿਲ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? ਗ੍ਰੈਫਾਈਟ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ ਜੀ। ਇਸ ਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਫਸਟ, ਗ੍ਰੈਫਾਈਟ। ਅਗਲਾ ਸਵਾਲ, ਦ ਗੈਸ ਯੂਜਲੀ ਫਿਲਡ ਇਨ ਦ ਇਲੈਕਟ੍ਰਿਕ ਬਲਬ? ਗੈਸ ਆਮ ਤੌਰ 'ਤੇ ਬਿਜਲੀ ਦੇ ਬਲਬ ਵਿੱਚ ਭਰੀ ਜਾਂਦੀ ਹੈ ਜੋ ਨਾਈਟ੍ਰੋਜਨ। ਠੀਕ ਹੈ ਜੀ। ਅਗਲਾ ਸਵਾਲ, ਵਿਚ ਆਫ ਦ ਗੈਸ ਇਜ਼ ਨਾਟ ਨੋਨ ਐਜ਼ ਗ੍ਰੀਨ ਹਾਊਸ ਗੈਸ? ਕਿਹੜੀ ਗੈਸ ਨੂੰ ਗ੍ਰੀਨ ਹਾਊਸ ਗੈਸ ਨਹੀਂ ਜਾਣਿਆ ਜਾਂਦਾ? ਹਾਈਡਰੋਜਨ ਨੂੰ। ਅ ਗ੍ਰੀਨ ਹਾਊਸ ਗੈਸ ਕਿਹੜੀ ਹੁੰਦੀ ਹੈ? ਗ੍ਰੀਨ ਹਾਊਸ ਗੈਸ ਇਜ਼ ਅ ਗੈਸ which produces heat in the atmosphere as it increases. It also gets stuck in the environment and cannot leave the internal layer of the Earth's atmosphere. A greenhouse gas ਇੱਕ ਇੱਦਾਂ ਦੀ ਗੈਸ ਹੁੰਦੀ ਹੈ ਜੋ ਪ੍ਰੋਡਿਊਸ ਕਰਦੀ ਹੈ ਹੀਟ ਨੂੰ, ਪ੍ਰੋਡਿਊਸਿਸ ਹੀਟ ਐਟਮੋਸਫੇਅਰ ਦੇ ਵਿੱਚ, ਅਤੇ ਉਹ ਵੱਧਦੀ ਰਹਿੰਦੀ ਹੈ ਅਤੇ ਇਹ ਇੱਕ ਸਟਕ ਹੋ ਜਾਂਦੀ ਹੈ, ਫਸ ਜਾਂਦੀ ਹੈ ਇਨਵਾਇਰਮੈਂਟ ਦੇ ਵਿੱਚ, ਅਤੇ ਇਹ ਕੈਨੋਟ ਲੀਵ ਦਾ ਇੰਟਰਨਲ ਲੇਅਰ ਆਫ ਦਾ ਅਰਥਸ ਐਟਮੋਸਫੇਅਰ। ਇਹ ਇੰਟਰਨਲ ਅਰਥ ਐਟਮੋਸਫੇਅਰ ਦੇ ਇੰਟਰਨਲ ਲੇਅਰ ਨੂੰ ਪਾਰ ਨਹੀਂ ਕਰ ਪਾਉਂਦੀ। ਥੀਸ ਗੈਸਿਸ ਇੰਟਰੋਡਿਊਸ ਪੋਲਿਊਸ਼ਨ ਬਿਕੋਜ਼ ਦੇ ਕੰਟੈਮੀਨੇਟ ਦਾ ਇਨਵਾਇਰਮੈਂਟ। ਐਗਜ਼ਾਮਪਲ ਦੇਖੋ ਜੀ ਗ੍ਰੀਨ ਹਾਊਸ ਗੈਸ ਦੀਆਂ, ਕਾਰਬਨ ਡਾਈਆਕਸਾਈਡ, ਮਿਥੇਨ, ਕਲੋਰੋਫਲੋਰੋਕਾਰਬਨ, ਸਲਫਰ ਡਾਈਆਕਸਾਈਡ, ਨਾਈਟਰਸ ਆਕਸਾਈਡ। ਵੇਅਰ ਐਜ਼ ਆਕਸੀਜਨ ਐਂਡ ਹਾਈਡਰੋਜਨ ਆਰ ਨਾਟ ਐਗਜ਼ਾਮਪਲਸ ਆਫ ਗ੍ਰੀਨ ਹਾਊਸ ਗੈਸਿਸ। ਤਾਂ ਆਪਣਾ ਇਸ ਦੇ ਵਿੱਚ ਆਪਸ਼ਨ ਨੰਬਰ 4 ਇਸਦਾ ਸਹੀ ਆਨਸਰ ਹੋ ਜਾਵੇਗਾ। ਠੀਕ ਹੈ ਜੀ। ਅਗਲਾ ਸਵਾਲ, ਦ ਹਾਰਡੈਸਟ ਸਬਸਟਾਂਸ ਅਵੇਲੇਬਲ ਔਨ ਅਰਥ ਇਜ਼? ਧਰਤੀ ਉੱਤੇ ਉਪਲਬਧ ਸਭ ਤੋਂ ਸਖਤ ਪਦਾਰਥ ਕਿਹੜਾ ਹੈ ਇਹਨਾਂ ਆਪਸ਼ਨਾਂ ਦੇ ਵਿੱਚ? ਆਪਸ਼ਨ ਨੰਬਰ 3 ਡਾਇਮੰਡ। ਠੀਕ ਹੈ ਜੀ। ਅਗਲਾ ਸਵਾਲ, ਦ ਐਲੀਮੈਂਟ ਕਾਮਨ ਟੂ ਆਲ ਐਸਿਡਸ? ਸਾਰੇ ਐਸਿਡਾਂ ਲਈ ਆਮ ਤੱਤ ਹੈ ਜੀ ਹਾਈਡਰੋਜਨ। ਠੀਕ ਹੈ ਜੀ। ਆਪਸ਼ਨ ਨੰਬਰ 1। ਨੈਕਸਟ ਕੁਐਸਚਨ, LPG ਕੰਸਿਸਟਸ ਆਫ ਮੇਨਲੀ? LPG ਵਿੱਚ ਮੁੱਖ ਤੌਰ 'ਤੇ ਸ਼ਾਮਿਲ ਹੁੰਦੇ ਹਨ ਮਿਥੇਨ, ਬੂਟੇਨ ਅਤੇ ਪ੍ਰੋਪੇਨ। MBP, ਮਿਥੇਨ, ਬਿਊਟੇਨ ਅਤੇ ਪ੍ਰੋਪੇਨ। ਠੀਕ ਹੈ ਜੀ, ਯਾਦ ਰੱਖਣਾ ਹੈ। ਅਗਲਾ ਸਵਾਲ, ਦ ਸਮਾਲੈਸਟ ਫੰਕਸ਼ਨਲ ਐਂਡ ਸਟਰਕਚਰਲ ਯੂਨਿਟ ਆਫ ਕਿਡਨੀ? ਦ ਸਮਾਲੈਸਟ ਫੰਕਸ਼ਨਲ ਐਂਡ ਸਟਰਕਚਰਲ ਯੂਨਿਟ ਆਫ ਕਿਡਨੀ ਇਜ਼ ਕਾਲਡ ਐਸ? ਗੁਰਦੇ ਦੀ ਸਭ ਤੋਂ ਛੋਟੀ ਕਾਰਜਸ਼ੀਲ ਅਤੇ ਬਣਤਰ ਇਕਾਈ ਨੂੰ ਕੀ ਕਿਹਾ ਜਾਂਦਾ ਹੈ? ਨੈਫਰਨ। ਨੈਫਰਨ ਕੀ ਕਿਹਾ ਜਾਂਦਾ ਹੈ? ਨੈਫਰਨ। ਠੀਕ ਹੈ ਜੀ। Acquired immunodeficiency syndrome AIDS is caused by? Acquired immunocomੀ syndrome AIDS ਦਾ ਕਾਰਨ ਹੁੰਦਾ ਜੀ ਵਾਇਰਸ। ਇੱਕ ਵਾਇਰਸ ਹੁੰਦਾ। ਠੀਕ ਹੈ ਜੀ। ਅਗਲਾ ਸਵਾਲ, ਵਿਚ ਆਫ ਦਾ ਫੋਲੋਇੰਗ ਇਜ਼ ਸੁਟੇਬਲ ਫॉर ਗਰੋਇੰਗ ਕਾਟਨ? ਕਪਾਹ ਉਗਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਉਚਿਤ ਹੈ? ਬਲੈਕ ਸੋਇਲ ਉਚਿਤ ਹੈ ਜੀ। ਠੀਕ ਹੈ ਜੀ। ਬਲੈਕ ਸੋਇਲ ਇਜ਼ ਸੁਟੇਬਲ ਫॉर ਗਰੋਇੰਗ ਕਾਟਨ। ਨੈਕਸਟ ਕੁਐਸਚਨ ਦੇਖਦੇ ਹਾਂ, ਸੈਡੀਮੈਂਟਰੀ ਰੌਕਸ ਆਰ ਫਾਰਮਡ ਬਾਈ ਦਾ ਪ੍ਰੋਸੈਸ ਆਫ? ਗੰਦਗੀ ਦੀਆਂ ਚਟਾਨਾਂ ਸੈਡੀਮੈਂਟਰੀ ਰੌਕਸ ਦੀ ਪ੍ਰਕਿਰਿਆ ਦੁਆਰਾ, ਕਿਹੜੀ ਪ੍ਰਕਿਰਿਆ ਦੁਆਰਾ ਬਣੀਆਂ ਹਨ? ਡੈਪੋਜੀਸ਼ਨ ਦੁਆਰਾ ਬਣੀਆਂ ਹਨ ਜੀ। ਸੈਡੀਮੈਂਟਰੀ ਰੌਕਸ ਆਰ ਫਾਰਮਡ ਬਾਈ ਦਾ ਪ੍ਰੋਸੈਸ ਆਫ ਡੈਪੋਜੀਸ਼ਨ। ਨੈਕਸਟ ਕੁਐਸਚਨ, ਵੈਨ ਅ ਗੈਸ ਟਰਨਸ ਇਨਟੂ ਲਿਕੁਇਡ ਦਾ ਪ੍ਰੋਸੈਸ ਇਜ਼ ਕਾਲਡ? ਜਦੋਂ ਇੱਕ ਗੈਸ ਤਰਲ ਵਿੱਚ ਬਦਲ ਜਾਂਦੀ ਹੈ ਤਾਂ ਪ੍ਰਕਿਰਿਆ ਨੂੰ ਬੁਲਾਇਆ ਜਾਂਦਾ ਹੈ ਕੰਡੈਂਸੇਸ਼ਨ। ਕੰਡੈਂਸੇਸ਼ਨ। ਠੀਕ ਹੈ ਜੀ।
ਜਦੋਂ ਦ ਪ੍ਰੋਸੈਸ ਆਫ ਸੋਲਿਡ ਬਿਕਮਿੰਗ ਅ ਲਿਕੁਇਡ, ਜਦੋਂ ਸੋਲਿਡ ਇੱਕ ਲਿਕੁਇਡ ਦੇ ਵਿੱਚ ਤਬਦੀਲ ਹੋ ਜਾਂਦਾ ਉਹਨੂੰ ਮੈਲਟਿੰਗ ਕਹਿੰਦੇ ਆ। ਜਦੋਂ ਇੱਕ ਲਿਕੁਇਡ ਬਿਕਮਿੰਗ ਸੋਲਿਡ ਉਸਨੂੰ ਕੀ ਕਹਿੰਦੇ ਆ, ਸੋਲੀਡੀਫਿਕੇਸ਼ਨ ਕਹਿੰਦੇ ਆ। ਜਦੋਂ ਪ੍ਰੋਸੈਸ ਆਫ ਲਿਕੁਇਡ ਬਿਕਮਿੰਗ ਗੈਸ ਉਸਨੂੰ ਕੀ ਕਹਿੰਦੇ ਆ, ਬੋਇਲਿੰਗ ਜਾਂ ਵੈਪੋਰਾਈਜੇਸ਼ਨ ਵੀ ਕਹਿੰਦੇ ਆ। ਦ ਸੋਲਿਡ ਫੇਜ਼ ਕੈਨ ਟ੍ਰਾਂਜੀਸ਼ਨ ਡਾਇਰੈਕਟਲੀ, ਦ ਸੋਲਿਡ ਫੇਜ਼ ਕੈਨ transition directly to gas phase without going through a liquid phase, and a gas can directly becoming a solid. The solid to gas change is called sublimation, ਤੇ ਰਿਵਰਸ ਗੈਸ ਤੋਂ ਸੋਲਿਡ ਦੇ ਵਿੱਚ ਜਾਣਾ ਸਿੱਧਾ ਹੀ ਡਿਪੋਜੀਸ਼ਨ ਕਹਾਉਂਦਾ ਹੈ। ਠੀਕ ਹੈ ਜੀ, ਇੱਕ ਵਾਰ ਦੁਬਾਰਾ ਰਿਪੀਟ ਕਰ ਦਿੰਦਾ ਮੈਂ। ਦੇਖੋ ਜੀ, ਜਦੋਂ ਵੈਨ ਅ ਗੈਸ, ਜਦੋਂ ਗੈਸ ਟਰਨ ਕਰਦੀ ਹੈ ਲਿਕੁਇਡ ਦੇ ਵਿੱਚ ਬਦਲ ਜਾਂਦੀ ਹੈ ਉਸਨੂੰ ਕੀ ਕਿਹਾ ਜਾਂਦਾ ਹੈ, ਕੰਡੈਂਸੇਸ਼ਨ ਕਿਹਾ ਜਾਂਦਾ ਹੈ। ਜਦੋਂ ਸੋਲਿਡ ਲਿਕੁਇਡ ਦੇ ਵਿੱਚ ਚੇਂਜ ਹੁੰਦਾ ਉਸਨੂੰ ਮੈਲਟਿੰਗ ਕਿਹਾ ਜਾਂਦਾ ਹੈ। ਜਦੋਂ ਲਿਕੁਇਡ ਸੋਲਿਡ ਦੇ ਵਿੱਚ ਚੇਂਜ ਹੁੰਦਾ ਉਸਨੂੰ ਸੋਲੀਡੀਫਿਕੇਸ਼ਨ ਕਿਹਾ ਜਾਂਦਾ ਹੈ। ਅਤੇ ਜਦੋਂ ਲਿਕੁਇਡ ਗੈਸ ਦੇ ਵਿੱਚ ਤਬਦੀਲ ਹੋ ਜਾਵੇ ਤਾਂ ਉਸਨੂੰ ਬੋਇਲਿੰਗ ਜਾਂ ਵੈਪੋਰਾਈਜੇਸ਼ਨ ਕਿਹਾ ਜਾਂਦਾ ਹੈ। ਅਤੇ ਜਦੋਂ ਸੋਲਿਡ ਸਿੱਧਾ ਹੀ ਲਿਕੁਇਡ ਨਾ ਹੁੰਦੇ ਹੋਏ ਸਿੱਧੇ ਗੈਸ ਦੇ ਵਿੱਚ ਤਬਦੀਲ ਹੋ ਜਾਵੇ ਤਾਂ ਉਸਨੂੰ ਸਬਲੀਮੇਸ਼ਨ, ਅਤੇ ਜਦੋਂ ਗੈਸ ਸਿੱਧਾ ਹੀ ਸੋਲਿਡ ਦੇ ਵਿੱਚ ਚੇਂਜ ਹੋ ਜਾਵੇ ਤਾਂ ਉਸਨੂੰ ਡੈਪੋਜੀਸ਼ਨ ਕਿਹਾ ਜਾਂਦਾ ਹੈ। ਠੀਕ ਹੈ ਜੀ, ਇੰਪੋਰਟੈਂਟ ਪੁਆਇੰਟ ਨੇ, ਇਹ ਗਾਂ ਪੁੱਛੇ ਜਾ ਸਕਦੇ ਨੇ। ਨੈਕਸਟ ਕੁਐਸਚਨ ਦੇਖੀ, ਦ ਬਲੂ ਕਲਰ ਆਫ ਦ ਕਲੀਅਰ ਸਕਾਈ ਇਜ਼ ਡਿਊ ਟੂ, ਸਾਫ ਅਸਮਾਨ ਦਾ ਨੀਲਾ ਰੰਗ ਇਸ ਕਰਕੇ ਹੈ, ਕਿਸ ਕਰਕੇ, ਡਿਸਪਰਸ਼ਨ ਆਫ ਲਾਈਟ ਕਰਕੇ ਹੈ। ਠੀਕ ਹੈ ਜੀ, ਦ ਬਲੂ ਕਲਰ ਆਫ ਦ ਕਲੀਅਰ ਸਕਾਈ ਇਜ਼ ਡਿਊ ਟੂ ਡਿਸਪਰਸ਼ਨ ਆਫ ਲਾਈਟ। ਨੈਕਸਟ ਕੁਐਸਚਨ, ਵਟ ਡਜ਼ ਦ ਐਬਰੀਵੀਏਸ਼ਨ ਆਫ HTTP ਸਟੈਂਡ ਫॉर। HTTP ਦੀ ਫੁੱਲ ਫਾਰਮ ਹੋਵੇਗੀ ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ। ਬਹੁਤ ਹੀ ਈਜ਼ੀ ਕੁਐਸਚਨ ਸੀ ਇਹ ਤਾਂ। ਨੈਕਸਟ ਕੁਐਸਚਨ ਦੇਖੀਏ, ਵਾਈਮੈਕਸ ਇਜ਼ ਰਿਲੇਟਿਡ ਟੂ ਵਿਚ ਵਨ ਆਫ ਦਾ ਫੋਲੋਇੰਗ। ਵਾਈਮੈਕਸ ਹੇਠ ਲਿਖਿਆਂ ਵਿੱਚੋਂ ਕਿਸ ਇੱਕ ਨਾਲ ਸੰਬੰਧਿਤ ਹੈ, ਕਮਿਊਨੀਕੇਸ਼ਨ ਟੈਕਨੋਲੋਜੀ ਨਾਲ ਇਹ ਰਿਲੇਟਿਡ ਹੈ। ਠੀਕ ਹੈ ਜੀ, ਵਾਈਮੈਕਸ ਕਿਸ ਨਾਲ ਰਿਲੇਟਿਡ ਹੈ, ਕਮਿਊਨੀਕੇਸ਼ਨ ਟੈਕਨੋਲੋਜੀ ਦੇ ਨਾਲ। ਨੈਕਸਟ ਕੁਐਸਚਨ ਦੇਖੀਏ ਜੀ ਹੁਣ, ਵਟ ਇਜ਼ ਅ ਸਪਾਈਡਰ। ਸਪਾਈਡਰ ਕੀ ਹੈ, ਸਪਾਈਡਰ ਇਹ ਸਪਾਈਡਰਮੈਨ ਵਾਲਾ ਸਪਾਈਡਰ ਨਹੀਂ, ਇਹ ਕੰਪਿਊਟਰ ਵਾਇਰਸ ਵਾਲਾ ਸਪਾਈਡਰ ਹੈ। ਠੀਕ ਹੈ ਜੀ, ਸਪਾਈਡਰ ਕੀ ਹੈ, ਇੱਕ ਕੰਪਿਊਟਰ ਵਾਇਰਸ ਹੈ। ਠੀਕ ਹੈ ਜੀ, ਅਗਲਾ ਸਵਾਲ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪਾਰਟ ਆਫ ਦਾ ਇੰਟਰਨੈਟ। ਨਿਮਨਲਿਖਤ ਵਿੱਚੋਂ ਕਿਹੜਾ ਇੰਟਰਨੈਟ ਦਾ ਹਿੱਸਾ ਨਹੀਂ ਹੈ। ਵਰਲਡ ਵਾਈਡ ਵੈਬ WWW ਵੀ ਹਿੱਸਾ ਹੈ, HTTP ਹਿੱਸਾ ਹੈ, ਈਮੇਲ ਵੀ ਹਿੱਸਾ ਹੈ, CD-ROM ਇੱਕ ਇੰਟਰਨੈਟ ਦਾ ਹਿੱਸਾ ਨਹੀਂ ਹੈ। ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਨੰਬਰ 4। ਨੈਕਸਟ ਕੁਐਸਚਨ, ਅ ਕੰਪਿਊਟਰ ਵਾਇਰਸ ਦੈਟ ਐਕਟਿਵਲੀ ਅਟੈਕਸ ਐਨ ਐਂਟੀਵਾਇਰਸ ਪ੍ਰੋਗਰਾਮ ਔਰ ਪ੍ਰੋਗਰਾਮਸ in an effort to prevent detection is retrovirus। a computer virus ਇੱਕ ਕੰਪਿਊਟਰ ਵਾਇਰਸ ਜੋ ਐਂਟੀਵਾਇਰਸ ਪ੍ਰੋਗਰਾਮ ਜਾਂ ਪ੍ਰੋਗਰਾਮਾਂ 'ਤੇ ਸਰਗਰਮੀ ਨਾਲ ਹਮਲਾ ਕਰਦਾ ਹੈ, ਰੋਕਣ ਖੋਜ ਹੈ ਰੈਟਰੋਵਾਇਰਸ। ਨੈਕਸਟ ਕੁਐਸਚਨ, ਦ ਫਸਟ ਵੈਬ ਸਰਵਰ ਵਾਜ਼ ਬਿਲਟ ਇਨ। ਪਹਿਲਾ ਵੈਬ ਸਰਵਰ ਕਦੋਂ ਅਤੇ ਕਿੱਥੇ ਬਣਾਇਆ ਗਿਆ ਸੀ। 1990 ਦੇ ਵਿੱਚ ਜਨੇਵਾ, ਸਵਿਟਜ਼ਰਲੈਂਡ ਦੇ ਵਿੱਚ। ਸਵਿਟਜ਼ਰਲੈਂਡ ਦੀ ਰਾਜਧਾਨੀ ਹੈ ਜਨੇਵਾ। ਠੀਕ ਹੈ ਜੀ, the first web server was built in 1990 in Geneva, Switzerland। अगला सवाल, प्रोफेसर अमर्त्य सेन is famous in which field। प्रोफेसर अमर्त्य सेन किस खेत्र ਵਿੱਚ ਮਸ਼ਹੂਰ ਹੈ, ਇਕਨੋਮਿਕਸ ਦੇ ਵਿੱਚ। नेक्स्ट क्वेश्चन, in which state is भारतपुर बर्ड सेंचुरी लोकेटेड। भारतपुर पंछी सेंचुरी किस ਰਾਜ ਵਿੱਚ ਸਥਿਤ ਹੈ, ਰਾਜਸਥਾਨ ਦੇ ਵਿੱਚ। ਹੋਰ ਦੇਖੋ ਜੀ, ਨੈਸ਼ਨਲ ਪਾਰਕ ਕਿਹੜੀਆਂ ਨੇ ਰਾਜਸਥਾਨ ਦੇ ਵਿੱਚ, ਰਣਥੰਭੌਰ, ਸਰਿਸਕਾ, ਕਿਓਲਾ ਦੇਵ, ਡੈਜ਼ਰਟ ਨੈਸ਼ਨਲ ਪਾਰਕ। ਅਤੇ ਵਾਈਲਡ ਲਾਈਫ ਸੈਂਚੁਰੀ ਕਿਹੜੀਆਂ ਨੇ ਰਾਜਸਥਾਨ ਦੇ ਵਿੱਚ, ਬਾਸੀ, ਸਾਂਬਰ, ਕੁੰਭਲਗੜ੍ਹ ਅਤੇ ਦਰਰਾ। ਉਵੇਂ ਤੁਸੀਂ ਦੱਸਣਾ ਜੀ, ਹਰਿਆਣਾ ਦੇ ਵਿੱਚ ਨੈਸ਼ਨਲ ਪਾਰਕ ਅਤੇ ਵਾਈਲਡ ਲਾਈਫ ਸੈਂਚੁਰੀਆਂ ਕਿਹੜੀਆਂ ਨੇ, ਉੱਤਰ ਪ੍ਰਦੇਸ਼ ਦੇ ਵਿੱਚ ਅਤੇ ਗੁਜਰਾਤ ਦੇ ਵਿੱਚ। ਅਤੇ ਹੋ ਸਕੇ ਤਾਂ ਪੰਜਾਬ ਦੇ ਵਿੱਚ ਕਿਹੜੀਆਂ ਨੇ ਉਹ ਵੀ ਜ਼ਰੂਰ ਦੱਸਿਓ। ਠੀਕ ਹੈ ਜੀ, ਅਗਲਾ ਸਵਾਲ, ਡਾਂਡੀਆ ਇਜ਼ ਅ ਪੋਪੂਲਰ ਡਾਂਸ ਆਫ ਵਿਚ ਇੰਡੀਅਨ ਸਟੇਟ। ਡਾਂਡੀਆ ਕਿਸ ਭਾਰਤੀ ਰਾਜ ਦਾ ਪ੍ਰਸਿੱਧ ਨਾਚ ਹੈ, ਗੁਜਰਾਤ ਦਾ। ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਨਾਗਾਲੈਂਡ ਦਾ ਪੋਪੂਲਰ ਡਾਂਸ ਕਿਹੜਾ ਹੈ ਉਹ ਤੁਸੀਂ ਕਮੈਂਟ ਕਰਕੇ ਦੱਸਣਾ ਹੈ। ਦ ਆਪੋਜ਼ਿਟ ਆਫ ਡਿਜੀਟਲ ਇਜ਼। ਡਿਜੀਟਲ ਦੇ ਉਲਟ ਕੀ ਹੈ, ਐਨਾਲੌਗ ਹੈ। ਠੀਕ ਹੈ ਜੀ, ਨੈਕਸਟ ਕੁਐਸਚਨ ਦੇਖੀਏ, ਵਿਚ ਆਫ ਦਾ ਫੋਲੋਇੰਗ ਡਿਸਟ੍ਰਿਕਟ ਆਫ ਪੰਜਾਬ ਹੈ ਬਿਨ ਕਰਵਡ ਆਊਟ ਇਨ 2011। ਸਾਲ 2011 ਵਿੱਚ
ਪੰਜਾਬ ਦੇ ਹੇਠਲੇ ਜ਼ਿਲ੍ਹਿਆਂ ਵਿੱਚੋਂ ਕਿਹੜਾ ਜ਼ਿਲ੍ਹਾ ਬਣਾਇਆ ਗਿਆ ਸੀ? ਪਠਾਨਕੋਟ ਬਣਾਇਆ ਗਿਆ ਸੀ 2011 ਦੇ ਵਿੱਚ। ਦ ਨਿਊ ਡਿਸਟ੍ਰਿਕਟ ਪਠਾਨਕੋਟ ਹੈਜ਼ ਬੀਨ ਕਰਵਡ ਆਊਟ ਫਰੋਮ ਦ ਐਗਜ਼ਿਸਟਿੰਗ ਗੁਰਦਾਸਪੁਰ। ਨਵਾਂ ਡਿਸਟ੍ਰਿਕਟ ਪਠਾਨਕੋਟ ਬਣਾਇਆ ਗਿਆ ਸੀ ਗੁਰਦਾਸਪੁਰ ਵਿੱਚੋਂ ਐਂਡ ਕੰਪਰਾਈਜ਼ਸ ਆਫ ਦੋ ਤਹਿਸੀਲਾਂ ਵਿੱਚ ਕਿਹੜੀਆਂ ਕਿਹੜੀਆਂ? ਪਠਾਨਕੋਟ ਅਤੇ ਧਰਕਲਾਂ। ਐਂਡ ਅਨਦਰ ਨਿਊ ਡਿਸਟ੍ਰਿਕਟ ਬਣਾਈ ਗਈ ਸੀ ਫਾਜ਼ਿਲਕਾ, ਜੋ ਕਿ ਕਰਵਡ ਆਊਟ ਕੀ ਕੱਢੀ ਗਈ ਸੀ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚੋਂ ਐਂਡ ਕੰਪਰਾਈਜ਼ਸ ਆਫ 3 ਤਹਿਸੀਲਾਂ ਸੀ ਉਹਦੇ ਵਿੱਚ ਕਿਹੜੀਆਂ ਕਿਹੜੀਆਂ? ਫਾਜ਼ਿਲਕਾ, ਜਲਾਲਾਬਾਦ ਤੇ ਅਬੋਹਰ। ਠੀਕ ਹੈ ਜੀ, ਯਾਦ ਰੱਖਣਾ, ਇੰਪੋਰਟੈਂਟ ਸਵਾਲ ਹੈ। ਅਗਲਾ ਸਵਾਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈਜ਼ ਬਿਕਮ ਦਾ ਚੀਫ ਮਿਨਿਸਟਰ ਆਫ ਪੰਜਾਬ ਫॉर ਵਿਚ ਟਰਮ ਇਨ 2012 ਦੇ ਵਿੱਚ। ਇਹ ਵੀ ਕਰੰਟ ਅਫੇਅਰ ਦਾ ਸਵਾਲ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ 2012 ਵਿੱਚ ਕਿਸ ਕਾਰਜਕਾਲ ਲਈ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ? 5ਵੀਂ ਵਾਰ ਬਣੇ ਸਨ 2012 ਦੇ ਵਿੱਚ। ਠੀਕ ਹੈ ਜੀ, ਨੈਕਸਟ ਕੁਐਸਚਨ, ਲੁੱਕ ਐਟ ਦਾ ਸੀਰੀਜ਼ ਹੈ ਜੀ, ਰੀਜ਼ਨਿੰਗ ਦਾ ਕੁਐਸਚਨ ਹੈ। ਅਤੇ ਵਟ ਨੰਬਰ ਸ਼ੁੱਡ ਬੀ ਨੈਕਸਟ, ਇੱਥੇ ਨੈਕਸਟ ਜੋ ਨੰਬਰ ਹੈ ਉਹ ਕਿਹੜਾ ਆਵੇਗਾ? ਦੇਖੋ ਜੀ, 7 ਤੋਂ ਅੱਗੇ 8, 8 ਤੋਂ ਅੱਗੇ 9, 9 ਤੋਂ ਅੱਗੇ ਕੀ ਆਵੇਗਾ? 10। ਤਾਂ ਆਪਸ਼ਨ ਨੰਬਰ ਸੈਕਿੰਡ 10 ਇਸ ਦਾ ਸਹੀ ਆਨਸਰ ਹੈ। ਅਗਲਾ ਸਵਾਲ ਹੈ ਜੀ, ਫਿਰ ਸੀਰੀਜ਼ ਆ ਗਈ ਅਤੇ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਸੈਕਿੰਡ 22। ਅਤੇ ਲੌਜਿਕ ਕੀ ਹੈ ਇਹਦੇ ਅੱਗੇ? ਦੇਖੋ ਜੀ, 36 ਤੋਂ 34, 2 ਆਪਾਂ ਮਾਈਨਸ ਕਰੀਏ ਜੀ ਇੱਥੋਂ, ਹੈ ਨਾ, ਜੇ 2 ਆਪਾਂ ਇੱਥੋਂ ਮਾਈਨਸ ਕਰੀਏ ਤਾਂ 36 ਤੋਂ ਹੋ ਜਾਏਗਾ 34, 34 ਤੋਂ ਆਪਾਂ ਜੇ 4 ਮਾਈਨਸ ਕਰੀਏ ਤਾਂ 30, 30 ਤੋਂ ਗਾਂਹ ਅੱਗੇ ਆਪਾਂ ਫਿਰ 2 ਮਾਈਨਸ ਕਰਨੇ ਪੈਣੇ ਤਾਂ 28, 28 ਤੋਂ ਅੱਗੇ 4 ਮਾਈਨਸ ਕੀਤੇ ਤਾਂ ਆ ਗਿਆ 24, 24 ਤੋਂ ਅੱਗੇ ਆਪਾਂ ਹੁਣ ਦੁਬਾਰਾ 2 ਮਾਈਨਸ ਕਰਨੇ ਤਾਂ ਆਪਣਾ ਸਹੀ ਆਨਸਰ ਆ ਜਾਏਗਾ 22। ਠੀਕ ਹੈ ਜੀ, ਸਿੰਪਲ ਸੀ। ਅਗਲਾ ਸਵਾਲ, ਮਨਜੀਤ ਇਜ਼ ਓਲਡਰ ਦੈਨ ਹਰਜੋਤ। ਇਹ ਵੀ ਰੀਜ਼ਨਿੰਗ ਦਾ ਸਵਾਲ ਹੈ। ਦੇਖੋ ਜੀ ਕਿਵੇਂ ਕਰਦੇ ਨੇ ਇੱਦਾਂ ਦੇ ਕੁਐਸਚਨਸ, ਸਿੱਖ ਲਓ ਇੱਕ ਵਾਰ। ਮਨਜੀਤ ਜੋ ਓਲਡਰ ਆ ਹਰਜੋਤ ਤੋਂ, ਮਤਲਬ ਕਿ ਮਨਜੀਤ ਵੱਡਾ ਆ ਹਰਜੋਤ ਤੋਂ। ਕੁਲਦੀਪ ਇਜ਼ ਓਲਡਰ ਦੈਨ ਮਨਜੀਤ, ਜੋ ਕੁਲਦੀਪ ਆ ਉਹ ਮਨਜੀਤ ਨਾਲ ਵੀ ਵੱਡਾ ਆ। ਅਤੇ ਹਰਜੋਤ ਆ ਜੋ ਉਹ ਓਲਡਰ ਦੈਨ ਕੁਲਦੀਪ। ਇੱਕ ਵਾਰ ਦੁਬਾਰਾ ਦੇਖ ਲਈਏ, ਮਨਜੀਤ ਜੋ ਓਲਡਰ ਦੈਨ ਹਰਜੋਤ ਅਤੇ ਜੋ ਕੁਲਦੀਪ ਹੈ ਉਹ ਓਲਡਰ ਦੈਨ ਮਨਜੀਤ। ਇਫ ਦਾ ਫਸਟ 2 ਸਟੇਟਮੈਂਟਸ ਆਰ ਟਰੂ ਦਾ ਥਰਡ ਸਟੇਟਮੈਂਟ। ਅੱਛਾ ਜੀ, ਸਵਾਲ ਦਾ ਆਪਾਂ ਪੂਰਾ ਪੜ੍ਹਿਆ ਹੀ ਨਹੀਂ। ਦੇਖੋ ਜੀ ਕੀ ਕਹਿ ਰਿਹਾ, ਮਨਜੀਤ ਇਜ਼ ਓਲਡਰ ਦੈਨ ਹਰਜੋਤ ਅਤੇ ਕੁਲਦੀਪ ਇਜ਼ ਓਲਡਰ ਦੈਨ ਮਨਜੀਤ। ਕੁਲਦੀਪ ਵੱਡਾ ਆ ਮਨਜੀਤ ਨਾਲੋਂ। ਠੀਕ ਹੈ ਜੀ, ਇਹ ਕ੍ਰਮ ਬਣ ਗਿਆ ਆਪਣੇ ਕੋਲ। ਅਤੇ ਤੀਸਰੀ ਸਟੇਟਮੈਂਟ ਇਹਨਾਂ ਨੇ ਕਿਹਾ ਕਿ ਜੇ ਪਹਿਲੀਆਂ ਦੋਨੇ ਸਟੇਟਮੈਂਟ ਟਰੂ ਨੇ ਤਾਂ ਤੀਸਰੀ ਸਟੇਟਮੈਂਟ ਕੀ ਹੋਵੇਗੀ? ਟਰੂ ਹੋਵੇਗੀ ਜਾਂ ਫਾਲਸ ਹੋਵੇਗੀ? ਤਾਂ ਤੀਸਰੀ ਸਟੇਟਮੈਂਟ ਤਾਂ ਹੋ ਗਈ ਫਾਲਸ। ਕਿਉਂ? ਕਿਉਂਕਿ ਹਰਜੋਤ ਤਾਂ ਕੁਲਦੀਪ ਨਾਲੋਂ ਛੋਟਾ ਹੈ। ਠੀਕ ਹੈ ਜੀ, ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਸੈਕਿੰਡ। ਅਗਲਾ ਸਵਾਲ ਦੇਖੀਏ ਜੀ, ਮੈਂਗੋਜ਼ ਕੋਸਟ ਮੋਰ ਦੈਨ ਐਪਲ। ਇਹ ਵੀ ਆਪਾਂ ਐਵੇਂ ਹੀ ਕਰਨਾ, ਮੈਂਗੋ ਕੋਸਟ ਮੋਰ ਦੈਨ ਐਪਲ। ਮੈਂਗੋ ਕੋਸਟ ਲੈਸ ਦੈਨ ਚੀਕੂ। ਮੈਂਗੋ ਜਿਹੜੇ ਉਹ ਸਸਤੇ ਨੇ ਚੀਕੂ ਨਾਲੋਂ। ਠੀਕ ਹੈ ਜੀ, ਅਤੇ ਇਹਨਾਂ ਨੇ ਪਹਿਲਾਂ ਕੁਐਸਚਨ ਪੜ੍ਹ ਲਈਏ। ਇਫ ਦਾ ਫਸਟ 2 ਸਟੇਟਮੈਂਟ ਆਰ ਟਰੂ ਦਾ ਥਰਡ ਸਟੇਟਮੈਂਟ ਇਜ਼। ਜੇ ਪਹਿਲੇ 2 ਬਿਆਨ ਸਹੀ ਹਨ ਤਾਂ ਤੀਜਾ ਬਿਆਨ ਕੀ ਹੋਵੇਗਾ? ਸਹੀ ਹੋਵੇਗਾ ਜਾਂ ਗਲਤ ਹੋਵੇਗਾ? ਚੀਕੂ ਕੋਸਟ ਮੋਰ ਦੈਨ ਬੋਥ ਐਪਲ ਐਂਡ ਮੈਂਗੋ। ਚੀਕੂ ਦੀ ਜੋ ਕੋਸਟ ਆ ਉਹ ਮੈਂਗੋ ਅਤੇ ਐਪਲ ਨਾਲੋਂ ਦੋਨਾਂ ਨਾਲੋਂ ਵੱਧ ਹੈ। ਹਾਂਜੀ, ਟਰੂ ਹੈ ਜੀ, ਦੇਖੋ। ਠੀਕ ਹੈ ਜੀ, ਆਪਸ਼ਨ ਨੰਬਰ ਫਸਟ ਇਸ ਦਾ ਸਹੀ ਆਨਸਰ ਹੈ। ਨੈਕਸਟ, ਮੋਹਨ ਰਨ ਫਾਸਟਰ ਦੈਨ ਪ੍ਰਤਾਪ। ਮੋਹਨ ਤੇਜ਼ ਭੱਜਦਾ ਆ ਪ੍ਰਤਾਪ ਨਾਲੋਂ। ਹਰੀ ਰਨ ਫਾਸਟਰ ਦੈਨ ਮੋਹਨ। ਹਰੀ ਭੱਜਦਾ ਆ ਮੋਹਨ ਨਾਲੋਂ ਵੀ ਤੇਜ਼। ਤਾਂ ਪ੍ਰਤਾਪ ਰਨ ਫਾਸਟਰ ਦੈਨ ਹਰੀ। ਪ੍ਰਤਾਪ ਰਨ ਫਾਸਟਰ ਦੈਨ ਹਰੀ ਨਹੀਂ, ਸਲੋਅਰ ਦੈਨ ਹਰੀ। ਤਾਂ ਤੀਸਰੀ ਸਟੇਟਮੈਂਟ ਹੋ ਗਈ ਗਲਤ। ਤਾਂ ਇਸ ਦਾ ਸਹੀ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਸੈਕਿੰਡ ਫਾਲਸ। ਅਗਲਾ ਸਵਾਲ, ਪ੍ਰੀਤਪਾਲ ਵੇਟ ਲੈਸ ਦੈਨ ਹਰਮਿੰਦਰ। ਪ੍ਰੀਤਪਾਲ ਦਾ ਭਾਰ ਜੋ ਕਿ ਹਰਮਿੰਦਰ ਨਾਲੋਂ ਘੱਟ ਹੈ। ਅਤੇ ਪ੍ਰੀਤਪਾਲ ਵੇਟ ਮੋਰ ਦੈਨ ਗੁਰਜੀਤ, ਪਰ ਗੁਰਜੀਤ ਨਾਲੋਂ ਇਸਦਾ ਭਾਰ ਜ਼ਿਆਦਾ ਆ। ਆਫ ਦਾ 3 ਮੈਨ ਗੁਰਜੀਤ ਵੇਟ ਦਾ ਲੀਸਟ। ਹਾਂਜੀ, ਇਹ ਸਟੇਟਮੈਂਟ ਸਹੀ ਹੈ। ਤਾਂ ਆਪਸ਼ਨ ਨੰਬਰ ਫਸਟ ਇਸ ਦਾ ਸਹੀ ਆਨਸਰ ਹੋ ਗਿਆ। ਅਗਲਾ ਸਵਾਲ ਦੇਖੀਏ, ਜਗਜੀਤ ਇਜ਼ ਯੰਗਰ ਦੈਨ ਕ੍ਰਿਪਾ। ਜਗਜੀਤ ਯੰਗਰ ਆ ਕ੍ਰਿਪਾ ਨਾਲੋਂ। ਠੀਕ ਹੈ ਜੀ, ਜਗਜੀਤ ਇਜ਼ ਯੰਗਰ ਮਤਲਬ ਕਿ ਯੰਗਰ ਆ ਕ੍ਰਿਪਾ ਤੋਂ, ਮਤਲਬ ਯੰਗਰ ਮਤਲਬ ਛੋਟਾ ਆ।
ਤੇ ਮਨਪ੍ਰੀਤ ਵਾਜ਼ ਬੋਰਨ ਆਫਟਰ ਜਗਜੀਤ। ਜਗਜੀਤ ਇਜ਼ ਯੰਗਰ ਦੈਨ ਕ੍ਰਿਪਾ। ਮਨਪ੍ਰੀਤ ਵਾਜ਼ ਬੋਰਨ ਆਫਟਰ ਜਗਜੀਤ, ਜਗਜੀਤ ਦੇ ਬਾਅਦ, ਮਤਲਬ ਕਿ ਮਨਪ੍ਰੀਤ ਜੋ ਉਹ ਛੋਟਾ ਆ ਜਗਜੀਤ ਨਾਲੋਂ। ਤਾਂ ਥਰਡ ਸਟੇਟਮੈਂਟ ਦੇਖੋ ਜੀ, ਕ੍ਰਿਪਾ ਇਜ਼ ਓਲਡਰ ਦੈਨ ਮਨਪ੍ਰੀਤ। ਹਾਂਜੀ ਇਹ ਸਟੇਟਮੈਂਟ ਸਹੀ ਹੈ, ਤਾਂ ਆਪਸ਼ਨ ਨੰਬਰ ਫਸਟ ਇਸਦਾ ਸਹੀ ਆਂਸਰ ਹੋ ਜਾਏਗਾ। ਅਗਲਾ ਸਵਾਲ ਦੇਖੀਏ, 3 ਪੈਨਸਿਲ ਕੋਸਟ ਦਾ ਸੇਮ ਐਜ਼ 2 ਟਰਾਊਜ਼ਰ। 3 ਪੈਨਸਿਲਾਂ ਦਾ ਜੋ ਕੋਸਟ ਆ ਉਹ 2 ਇਰੇਜ਼ਰਾਂ ਦੇ ਬਰਾਬਰ ਹੈ। ਇੱਕ ਸੈਕਿੰਡ ਜੀ, ਠੀਕ ਹੈ। 3 ਪੈਨਸਿਲਾਂ ਦਾ ਜੋ ਪ੍ਰਾਈਸ ਹੈ ਉਹ 2 ਇਰੇਜ਼ਰਾਂ ਦੇ ਬਰਾਬਰ ਹੈ। 4 ਇਰੇਜ਼ਰ ਦਾ ਸੇਮ ਐਜ਼ 1 ਰੂਲਰ। 4 ਇਰੇਜ਼ਰਾਂ ਦਾ ਜੋ ਕੋਸਟ ਹੈ, ਜੋ ਪ੍ਰਾਈਸ ਹੈ, ਉਹ 4 ਇਰੇਜ਼ਰਾਂ ਦਾ ਕੋਸਟ ਸੇਮ ਐਜ਼ 1 ਰੂਲਰ, 1 ਰੂਲਰ ਦੇ ਬਰਾਬਰ ਹੈ। ਪੈਨਸਿਲ ਆਰ ਮੋਰ ਐਕਸਪੈਂਸਿਵ ਦੈਨ ਰੂਲਰ। ਪੈਨਸਿਲ ਨੇ ਉਹ ਮੋਰ ਐਕਸਪੈਂਸਿਵ ਹੈ ਰੂਲਰ ਨਾਲੋਂ। ਇਫ ਦਾ ਫਸਟ 2 ਸਟੇਟਮੈਂਟਸ ਆਰ ਟਰੂ, ਦਾ ਥਰਡ ਸਟੇਟਮੈਂਟ, ਇਹ ਵੀ ਇਵੇਂ ਦਾ ਸਵਾਲ ਹੈ, ਜੇ ਪਹਿਲੀਆਂ 2 ਸਟੇਟਮੈਂਟ ਟਰੂ ਨੇ ਤਾਂ ਥਰਡ ਸਟੇਟਮੈਂਟ ਟਰੂ ਹੋਵੇਗੀ ਜਾਂ ਫਾਲਸ ਹੋਵੇਗੀ। ਤਾਂ ਦੇਖੋ ਜੀ ਕਿਵੇਂ ਕਰਨਾ ਹੈ। ਇਸ ਨੂੰ ਆਪਾਂ 2 ਨਾਲ ਜੇ ਮਲਟੀਪਲਾਈ ਕਰ ਦਈਏ ਇੱਧਰ ਵੀ ਅਤੇ ਇੱਧਰ ਵੀ, ਤਾਂ ਹੋ ਜਾਏਗਾ ਜੀ 4 ਇਰੇਜ਼ਰ ਇਜ਼ ਇਕੁਅਲਸ ਟੂ 6 ਪੈਨਸਿਲ। ਤਾਂ 1 ਰੂਲਰ ਇਜ਼ ਇਕੁਅਲਸ ਟੂ 6 ਪੈਨਸਿਲ ਦੇ ਬਰਾਬਰ ਹੋ ਜਾਵੇਗਾ, ਠੀਕ ਹੈ ਨਾ। ਤਾਂ ਇਸ ਦਾ ਸਹੀ ਆਂਸਰ ਹੋ ਜਾਏਗਾ ਆਪਸ਼ਨ ਨੰਬਰ ਸੈਕਿੰਡ, ਫਾਲਸ। ਅਗਲਾ ਸਵਾਲ ਦੇਖੀਏ ਜੀ, ਅਗਲਾ ਸਵਾਲ ਹੈ ਜੀ, LTTE ਸਟੈਂਡ ਫॉर। LTTE ਦਾ ਕੀ ਅਰਥ ਹੈ? ਲਿਬਰੇਸ਼ਨ ਟਾਈਗਰਸ ਆਫ ਤਮਿਲ ਇਲਮ। The Liberation Tigers of Tamil Eelam (LTTE), also known as the Tamil Tigers, are a separatist group in Sri Lanka. अगला सवाल, नेक्स्ट क्वेश्चन देखो जी केड़ा है। उसामा बिन लादेन was killed in which city of Pakistan? पाकिस्तान की किहड़ी सिटी विच, किहड़े शहर विच उसामा बिन लादेन नूं पाकिस्तान के किहड़े शहर विच मारिया गया सी? अबोटाबाद। किहड़े शहर विच? अबोटाबाद। देखो जी ये बारे इंपोर्टेंट क्वेश्चन बन सकते हैं गाह। 3 मई 2011 ਦੇ ਵਿੱਚ यूनाइटेड स्टेट्स प्रेजिडेंट बराक ओबामा कन्फर्म्ड दैट अल कायदा लीडर ओसामा बिन लादेन हैड बीन किल्ड इन हिज कंपाउंड इन अबोटाबाद, नॉर्थ ईस्टर्न पाकिस्तान। ठीक है जी। अगला सवाल, हु वाज द ओनली टेररिस्ट कॉट अलाइव इन 26/11 मुंबई टैरर अटैक? 26/11 ਦੇ ਮੁੰਬਈ ਅੱਤਵਾਦੀ ਹਮਲੇ ਵਿੱਚ ਜਿੰਦਾ ਫੜਿਆ ਜਾਣ ਵਾਲਾ ਇਕੱਲਾ ਅੱਤਵਾਦੀ ਕੌਣ ਸੀ? ਮੁਹੰਮਦ ਅਜਮਲ ਅਮੀਰ ਕਸਬ। ਇੰਪੋਰਟੈਂਟ ਨਾਮ ਹੈ, ਮਤਲਬ ਉਵੇਂ ਨਹੀਂ, ਆਪਾਂ ਯਾਦ ਰੱਖਣਾ ਇਹ ਨਾਮ, ਮੁਹੰਮਦ ਅਜਮਲ ਅਮੀਰ ਕਸਬ। ਠੀਕ ਹੈ ਜੀ। ਅਗਲਾ ਸਵਾਲ ਦੇਖੀਏ ਜੀ, ਵਿਚ ਨਕਸਲ ਟॉप ਕਮਾਂਡਰ ਵਾਜ਼ ਕਿਲਡ ਇਨ ਪੁਲਿਸ ਆਪਰੇਸ਼ਨਸ ਰੀਸੈਂਟਲੀ? ਹਾਲ ਹੀ ਵਿੱਚ 2012 ਦਾ ਸਵਾਲ ਹੈ ਜੀ। ਦੇਖੋ ਹਾਲ ਹੀ ਵਿੱਚ ਪੁਲਿਸ ਕਾਰਵਾਈਆਂ ਵਿੱਚ ਕਿਹੜਾ ਨਕਸਲੀ ਚੋਟੀ ਦਾ ਕਮਾਂਡਰ ਮਾਰਿਆ ਗਿਆ ਸੀ? ਕਿਸ਼ਨ ਜੀ। ਦੇਖੋ ਨਾਮ ਦੇ ਵਿੱਚ ਹੀ ਜੀ ਛਪਾਇਆ ਹੋਇਆ ਹੈ। ਅਗਲਾ ਸਵਾਲ, ਵਿਚ ਆਫ ਦਾ ਫੋਲੋਇੰਗ ਵਾਜ਼ ਸਾਈਟ ਆਫ ਰੀਸੈਂਟ ਨਿਊਕਲੀਅਰ ਪਾਵਰ ਪਲਾਂਟ ਲੀਕੇਜ ਇਨ ਜਾਪਾਨ? ਫੂਕੂਸ਼ੀਮਾ। ਨਿਮਨਲਿਖਤ ਵਿੱਚੋਂ ਕਿਹੜਾ ਜਾਪਾਨ ਵਿੱਚ ਪਰਮਾਣੂ ਊਰਜਾ ਪਲਾਂਟ ਦੇ ਲੀਕ ਹੋਣ ਦੀ ਜਗ੍ਹਾ ਹੈ? ਫੂਕੂਸ਼ੀਮਾ। ਇਹ ਵੀ 2012 ਦਾ ਸਵਾਲ ਹੈ। ਵਿਚ ਆਫ ਦਾ ਫੋਲੋਇੰਗ ਵਾਜ਼ ਲੀਡਰ ਡਿਊਰਿੰਗ ਦਾ ਫਾਊਂਡਿੰਗ ਆਫ ਨਕਸਲਾਈਟ ਮੂਵਮੈਂਟ? ਨਕਸਲੀ ਅੰਦੋਲਨ ਦੀ ਸਥਾਪਨਾ ਵੇਲੇ ਇਹਨਾਂ ਵਿੱਚੋਂ ਕਿਹੜਾ ਨੇਤਾ ਸੀ? ਚਾਰੂ ਮਜੂਮਦਾਰ ਸੀ। ਠੀਕ ਹੈ ਜੀ, ਚਾਰੂ ਮਜੂਮਦਾਰ। ਅਗਲਾ ਸਵਾਲ, ਵਟ ਵਾਜ਼ ਪੀਪਲਸ ਵਾਰ ਗਰੁੱਪ ਨੋਨ ਫॉर? ਪੀਪਲਸ ਵਾਰ ਗਰੁੱਪ ਕਿਸ ਲਈ ਜਾਣਿਆ ਜਾਂਦਾ ਹੈ? ਨਕਸਲਾਈਟ ਆਰਗੇਨਾਈਜੇਸ਼ਨ ਦੇ ਲਈ ਇਹ ਜਾਣਿਆ ਜਾਂਦਾ ਹੈ। ਅਗਲਾ ਸਵਾਲ, ਅੰਨਾ ਹਜ਼ਾਰੇ ਸਰਵਡ ਇਨ ਵਿਚ ਬ੍ਰਾਂਚ ਆਫ ਇੰਡੀਅਨ ਡਿਫੈਂਸ ਸਰਵਿਸ? ਅੰਨਾ ਹਜ਼ਾਰੇ ਨੇ ਭਾਰਤੀ ਰੱਖਿਆ ਸੇਵਾਵਾਂ ਦੀ ਕਿਸ ਸ਼ਾਖਾ ਵਿੱਚ ਸੇਵਾ ਕੀਤੀ ਸੀ? ਇੰਡੀਅਨ ਆਰਮੀ ਦੇ ਵਿੱਚ। ਕਿਸਾਨ ਬਾਬੂ ਰਾਓ ਹਜ਼ਾਰੇ ਵਾਜ਼ ਬੋਰਨ 15 ਜੂਨ 1937, 15 ਜੂਨ 1937, ਪੋਪੂਲਰਲੀ ਨੋਨ ਐਜ਼ ਅੰਨਾ ਹਜ਼ਾਰੇ। ਇੰਪੋਰਟੈਂਟ ਸਵਾਲ ਇਹ ਵੀ ਬਣ ਸਕਦਾ ਕਿ ਅੰਨਾ ਹਜ਼ਾਰੇ ਦਾ ਨਾਂ ਅਸਲੀ ਨਾਂ ਕੀ ਸੀ? ਕਿਸਾਨ ਬਾਬੂ ਰਾਓ ਹਜ਼ਾਰੇ। ਅਗਲਾ ਸਵਾਲ ਦੇਖੀਏ ਜੀ, ਫੁੱਲ ਫਾਰਮ ਆਫ LET? ਲਸ਼ਕਰ ਏ ਤੌਬਾ। ਲਸ਼ਕਰ ਏ ਤੌਬਾ ਇਜ਼ ਅ ਟੈਰਰਿਸਟ ਆਰਗੇਨਾਈਜੇਸ਼ਨ ਬੇਸਡ ਇਨ ਪਾਕਿਸਤਾਨ। ਨਕਸਲਬਾਜੀ ਦੇ ਰਿਲੇਟਡ ਕਾਫੀ ਕੁਐਸਚਨਸ ਆਏ ਸੀਗੇ 2012 ਦੇ ਵਿੱਚ।
ਨਕਸਲਬਾਰੀ ਵਿਲੇਜ ਵਿਚ ਇਜ਼ ਐਸੋਸੀਏਟਿਡ ਵਿਦ ਦ ਨਕਸਲ ਮੂਵਮੈਂਟ ਇਜ਼ ਸਿਚੁਏਟਡ ਇਨ ਵਿਚ ਇੰਡੀਅਨ ਸਟੇਟ। ਨਕਸਲਬਾਰੀ ਪਿੰਡ ਜੋ ਨਕਸਲ ਅੰਦੋਲਨ ਨਾਲ ਜੁੜਿਆ ਹੋਇਆ ਹੈ ਕਿਸ ਭਾਰਤੀ ਰਾਜ ਵਿੱਚ ਸਥਿਤ ਹੈ? ਵੈਸਟ ਬੰਗਾਲ ਦੇ ਵਿੱਚ। ਠੀਕ ਹੈ ਜੀ। ਨੈਕਸਟ ਕੁਐਸਚਨ, ਅਗੇਂਸਟ ਵਿਚ ਕੰਟਰੀ ਡਿਡ ਸਚਿਨ ਤੇਂਦੁਲਕਰ ਸਕੋਰ ਹਿਜ਼ 100th ਇੰਟਰਨੈਸ਼ਨਲ ਸੈਂਚੁਰੀ। ਸਚਿਨ ਤੇਂਦੁਲਕਰ ਨੇ ਆਪਣਾ 100ਵਾਂ ਅੰਤਰਰਾਸ਼ਟਰੀ ਸੈਂਕੜਾ ਕਿਸ ਦੇਸ਼ ਦੇ ਖਿਲਾਫ ਬਣਾਇਆ ਸੀ? ਬੰਗਲਾਦੇਸ਼ ਦੇ ਖਿਲਾਫ। ਸਚਿਨ ਤੇਂਦੁਲਕਰ ਅਚੀਵ ਦ ਫੀਟ ਔਨ March 16, 2012 ਇਨ ਦ ਏਸ਼ੀਆ ਕੱਪ ਗੇਮ ਅਗੇਂਸਟ ਬੰਗਲਾਦੇਸ਼। ਇਹ ਵੀ ਹੁਣ ਉਸ ਟਾਈਮ ਕਰੰਟ ਅਫੇਅਰ ਦਾ ਸਵਾਲ ਸੀ। ਕਰੰਟ ਅਫੇਅਰ ਦੇ ਸਵਾਲ ਕਾਫੀ ਆਏ ਨੇ। ਦੇਖੋ ਜੀ ਅਗਲਾ ਕੁਐਸਚਨ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਟੈਰਰਿਸਟ ਆਰਗੇਨਾਈਜੇਸ਼ਨ। ਇਹਨਾਂ ਵਿੱਚੋਂ ਕਿਹੜਾ ਅੱਤਵਾਦੀ ਸੰਗਠਨ ਨਹੀਂ ਹੈ? ਮੁਸਲਿਮ ਲੀਗ ਇਹਨਾਂ ਵਿੱਚੋਂ ਅੱਤਵਾਦੀ ਜਾਂ ਟੈਰਰਿਸਟ ਆਰਗੇਨਾਈਜੇਸ਼ਨ ਨਹੀਂ ਹੈ। ਲਸ਼ਕਰ ਤੌਬਾ ਵੀ ਹੈ, ਜਮਾਤ ਉਦ ਦਾਵਾ ਵੀ ਹੈ, ਹਰਕਤ ਉਲ ਜਮਾਤ ਇਸਲਾਮੀ ਵੀ ਹੈ। ਅਗਲਾ ਸਵਾਲ ਦੇਖੀਏ ਜੀ, ਹੂ ਰੋਡ ਦਾ ਨੋਵਲ ਗॉड ऑफ स्मॉल थिंग्स। गॉड ऑफ स्मॉल थिंग्स नॉवल किसने लिखे है? अरुंधति रॉय ने। नॉवल या बुक्स ਦੇ ਰਿਲੇਟਡ ਇੱਕ ਜਾਂ ਦੋ ਕੁਐਸਚਨ ਹਮੇਸ਼ਾ ਆਉਂਦਾ ਹੀ ਆਉਂਦਾ ਹੈ। ਠੀਕ ਹੈ ਜੀ। ਅਗਲਾ ਸਵਾਲ ਦੇਖੀਏ, ਹੂ ਇਜ਼ ਦਾ ਕਰੰਟ ਲੀਡਰ ਆਫ ਆਪੋਜੀਸ਼ਨ ਇਨ ਲੋਕ ਸਭਾ। ਲੋਕ ਸਭਾ ਵਿੱਚ ਮੌਜੂਦਾ ਵਿਰੋਧੀ ਧਿਰ ਦਾ ਨੇਤਾ ਕੌਣ ਹੈ? ਸੁਸ਼ਮਾ ਸਵਰਾਜ। ਠੀਕ ਹੈ ਜੀ। ਇਹ 2012 ਦਾ ਕੁਐਸਚਨ ਹੈ ਅਤੇ ਸੁਸ਼ਮਾ ਸਵਰਾਜ ਉਦੋਂ ਕਰੰਟ ਲੀਡਰ ਆਫ ਆਪੋਜੀਸ਼ਨ ਇਨ ਲੋਕ ਸਭਾ ਸੀ। ਅਗਲਾ ਸਵਾਲ, ਡਾਕਟਰ ਮਨਮੋਹਨ ਸਿੰਘ ਹੈਜ਼ ਬੀਨ ਦ ਪ੍ਰਾਈਮ ਮਿਨਿਸਟਰ ਆਫ ਇੰਡੀਆ ਸਿੰਸ। ਡਾਕਟਰ ਮਨਮੋਹਨ ਸਿੰਘ ਕਦੋਂ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹਨ? 2004 ਤੋਂ। ਡਾਕਟਰ ਮਨਮੋਹਨ ਸਿੰਘ ਇਜ਼ ਐਨ ਇੰਡੀਅਨ ਇਕਨੋਮਿਸਟ, academic and politician who served as the Prime Minister of India for 2 consecutive terms 2004 ਤੋਂ ਜੋ 2009 ਤੱਕ ਤੇ 2009 ਤੋਂ 2014 ਤੱਕ। ਹੋਰ ਕਿਹੜੇ ਨੇ ਜਿਨ੍ਹਾਂ ਨੇ 2 consecutive terms ਦੇ ਲਈ ਪ੍ਰਾਈਮ ਮਿਨਿਸਟਰ ਆਫ ਇੰਡੀਆ ਰਹੇ ਨੇ? ਠੀਕ ਹੈ ਜੀ, ਇਹ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਮੈਨੂੰ। ਨੈਕਸਟ ਕੁਐਸਚਨ, ਵਟ ਇਜ਼ ਫੌਜਾ ਸਿੰਘ ਫੇਮਸ ਫॉर। ਫੌਜਾ ਸਿੰਘ ਕਿਸ ਲਈ ਮਸ਼ਹੂਰ ਹੈ? ਮੈਰਾਥਨ ਰਨਿੰਗ ਦੇ ਲਈ। ਬਹੁਤ ਜ਼ਿਆਦਾ ਇੰਪੋਰਟੈਂਟ ਸਵਾਲ ਹੈ। ਫੌਜਾ ਸਿੰਘ ਇਜ਼ ਫੇਮਸ ਫॉर ਮੈਰਾਥਨ ਰਨਿੰਗ। ਨੈਕਸਟ ਕੁਐਸਚਨ, ਵਿਦ ਵਿਚ ਕੰਟਰੀ ਡਜ਼ ਇੰਡੀਆ ਨਾਟ ਸ਼ੇਅਰ ਇਟਸ ਇੰਟਰਨੈਸ਼ਨਲ ਬਾਊਂਡਰੀ। ਕਿਹੜੇ ਦੇਸ਼ ਨਾਲ ਭਾਰਤ ਆਪਣੀ ਅੰਤਰਰਾਸ਼ਟਰੀ ਸੀਮਾ ਸਾਂਝਾ ਨਹੀਂ ਕਰਦਾ? ਮੰਗੋਲੀਆ ਦੇ ਨਾਲ, ਮਿਆਂਮਾਰ ਦੇ ਨਾਲ ਵੀ ਕਰਦਾ ਹੈ, ਨੇਪਾਲ ਦੇ ਨਾਲ ਵੀ, ਚਾਈਨਾ ਦੇ ਨਾਲ ਵੀ। ਇੰਡੀਆ ਸ਼ੇਅਰ ਇਟਸ ਇੰਟਰਨੈਸ਼ਨਲ ਬਾਊਂਡਰੀ ਵਿਦ 7 ਕੰਟਰੀਜ਼। ਕਿੰਨੀਆਂ ਕੰਟਰੀਜ਼? 7 ਕੰਟਰੀਜ਼। ਕਿਹੜੀਆਂ? ਚਾਈਨਾ, ਪਾਕਿਸਤਾਨ, ਭੂਟਾਨ, ਮਿਆਂਮਾਰ, ਅਫਗਾਨਿਸਤਾਨ, ਨੇਪਾਲ ਅਤੇ ਬੰਗਲਾਦੇਸ਼। ਠੀਕ ਹੈ ਜੀ। ਅਗਲਾ ਸਵਾਲ ਦੇਖੀਏ, ਵਟ ਡਜ਼ GDP ਇਨ ਟਰਮਸ ਆਫ ਇਕੋਨਮੀ ਸਟੈਂਡ ਫॉर। ਆਰਥਿਕਤਾ ਦੇ ਮਾਮਲੇ ਵਿੱਚ GDP ਕਿਸ ਦਾ ਪੱਖ ਰੱਖਦਾ ਹੈ? GDP ਦੀ ਫੁੱਲ ਫਾਰਮ ਬਣ ਜਾਂਦੀ ਹੈ ਜੀ ਗ੍ਰੋਸ ਡੋਮੈਸਟਿਕ ਪ੍ਰੋਡਕਟ। ਗ੍ਰੋਸ ਡੋਮੈਸਟਿਕ ਪ੍ਰੋਡਕਟ। ਨੈਕਸਟ ਕੁਐਸਚਨ, ਦ ਨੈਸ਼ਨਲ ਸੌਂਗ ਆਫ ਇੰਡੀਆ ਵਾਜ਼ ਕੰਪੋਜ਼ਡ ਬਾਈ। ਕੰਪੋਜ਼ਡ ਕਿਹਨਾਂ ਦੁਆਰਾ ਕੀਤਾ ਗਿਆ ਹੈ? ਭਾਰਤ ਦਾ ਰਾਸ਼ਟਰੀ ਗੀਤ ਕਿਸ ਦੁਆਰਾ ਬਣਾਇਆ ਗਿਆ ਸੀ? ਬੰਕਿਮ ਚੰਦਰ ਚਟਰਜੀ, BC ਚਟਰਜੀ। ਇੰਪੋਰਟੈਂਟ ਸਵਾਲ ਹੈ, ਕਾਫੀ ਵਾਰ ਪੁੱਛੇ ਗਏ, ਅੱਗੇ ਵੀ ਪੁੱਛਿਆ ਜਾ ਸਕਦਾ। ਇਸ ਦੇ ਰਿਲੇਟਡ ਹੋਰ ਪੁਆਇੰਟਸ ਦੇਖੋ ਜੀ ਕਿਹੜੇ ਨੇ। ਤਾਂ ਨੈਸ਼ਨਲ ਸੌਂਗ, ਆਪਣਾ ਨੈਸ਼ਨਲ ਸੌਂਗ ਕਿਹੜਾ ਹੈ? ਵੰਦੇ ਮਾਤਰਮ। ਕੰਪੋਜ਼ਡ ਇਨ ਸੰਸਕ੍ਰਿਤ। ਕਿਹੜੀ ਲੈਂਗੁਏਜ ਦੇ ਵਿੱਚ? ਸੰਸਕ੍ਰਿਤ ਵਿੱਚ। ਬਾਏ ਬੰਕਿਮ ਚੰਦਰ ਚਟਰਜੀ ਵਾਜ਼ ਅ ਸੋਰਸ ਆਫ ਇੰਸਪੀਰੇਸ਼ਨ ਟੂ ਦ ਪੀਪਲ ਇਨ ਦੇਅਰ ਸਟਰਗਲ ਫॉर ਫਰੀडम। ਇਟ ਹੈਜ਼ ਐਨ ਇਕੁਅਲ ਸਟੇਟਸ ਵਿਦ ਨੈਸ਼ਨਲ ਐਂਥਮ ਜਨ ਗਣ ਮਨ। ਠੀਕ ਹੈ ਜੀ। ਅਗਲਾ ਸਵਾਲ, ਵੇਅਰ ਇਜ਼ ਦ ਸੀਟ ਆਫ ਤਿੱਬਤਨ ਗਵਰਨਮੈਂਟ ਇਨ ਐਗਜ਼ਾਈਲ ਸਿਚੁਏਟਡ। ਵਿਦੇਸ਼ ਵਿੱਚ ਤਿੱਬਤੀ ਸਰਕਾਰ ਦੀ ਸੀਟ ਕਿੱਥੇ ਸਥਿਤ ਹੈ? ਧਰਮਸ਼ਾਲਾ ਦੇ ਵਿੱਚ। ਨੈਕਸਟ ਕੁਐਸਚਨ, ਵਿਚ ਪਲੇਅਰ ਵਾਜ਼ ਡਿਕਲੇਅਰਡ ਪਲੇਅਰ ਆਫ ਦ ਟੂਰਨਾਮੈਂਟ ਇਨ ਦ ICC ਵਰਲਡ ਕੱਪ 2011। ਯੁਵਰਾਜ ਸਿੰਘ। ICC ਕ੍ਰਿਕਟ ਵਰਲਡ ਕੱਪ 2011 ਵਿੱਚ ਕਿਸ ਖਿਡਾਰੀ ਨੂੰ ਟੂਰਨਾਮੈਂਟ ਦਾ ਪਲੇਅਰ ਐਲਾਨਿਆ ਗਿਆ ਸੀ? ਯੁਵਰਾਜ ਸਿੰਘ। ਨੈਕਸਟ, ਹੂ ਇਜ਼ ਦਾ ਪ੍ਰੈਜ਼ੈਂਟ ਆਰਮੀ ਚੀਫ ਆਫ ਪਾਕਿਸਤਾਨ। 2012 ਦੇ ਵਿੱਚ ਕੌਣ ਸੀ? ਜਨਰਲ ਅਸ਼ਫਕ ਕਾਇਆਨੀ। ਜਨਰਲ ਕਮਰ ਜਾਵੇਦ ਬਾਜਵਾ ਇਜ਼ ਅ ਪਾਕਿਸਤਾਨ ਮਿਲਟਰੀ ਆਫਿਸਰ ਹੂ ਇਜ਼ ਦ 10th ਐਂਡ ਕਰੰਟ ਚੀਫ ਆਫ ਆਰਮੀ ਸਟਾਫ ਆਫ ਦ ਪਾਕਿਸਤਾਨ ਆਰਮੀ ਸਿੰਸ 29 ਨਵੰਬਰ 2016। ਠੀਕ ਹੈ ਜੀ। ਹੁਣ ਜੇ ਪੁੱਛਿਆ ਜਾਵੇ ਤਾਂ ਕੌਣ ਹੈ? ਜਨਰਲ ਕਮਰ ਜਾਵੇਦ ਬਾਜਵਾ। ਠੀਕ ਹੈ ਜੀ। ਕਿੰਨਵੇਂ ਨੰਬਰ ਦੇ? 10ਵੇਂ ਨੰਬਰ ਦੇ। ਅਗਲਾ ਸਵਾਲ ਦੇਖੀਏ ਜੀ,
ਵੇਅਰ ਵਿਲ 2020 ਓਲੰਪਿਕ ਗੇਮਸ ਬੀ ਹੈਲਡ। 2012 ਦੀਆਂ ਓਲੰਪਿਕ ਖੇਡਾਂ ਕਿੱਥੇ ਆਯੋਜਿਤ ਕੀਤੀਆਂ ਜਾਣਗੀਆਂ ਜਾਂ ਕੀਤੀਆਂ ਗਈਆਂ ਸੀ? ਲੰਡਨ ਦੇ ਵਿੱਚ। ਅਗਲਾ ਸਵਾਲ, ਨੈਕਸਟ ਕੁਐਸਚਨ ਦੇਖੀਏ ਜੀ। ਦਾ ਵਰਲਡ ਟ੍ਰੇਡ ਸੈਂਟਰ ਟਾਵਰਸ ਵਿਚ ਵਰ ਦਾ ਟਾਰਗੇਟ ਆਫ ਟੈਰਰਿਸਟ ਅਟੈਕ ਔਨ 9 September 2001 ਇਨ USA ਵਰ ਲੋਕੇਟਡ ਇਨ ਵਿਚ ਸਿਟੀ। ਜੋ ਦਾ ਵਰਲਡ ਟ੍ਰੇਡ ਸੈਂਟਰ ਟਾਵਰ ਹੈ USA ਦੇ ਵਿੱਚ ਕਿੱਥੇ ਲੋਕੇਟਡ ਹੈ? 9 ਸਤੰਬਰ 2001 ਨੂੰ USA ਵਿੱਚ ਅੱਤਵਾਦੀ ਹਮਲੇ ਦਾ ਨਿਸ਼ਾਨਾ ਬਣਾਉਣ ਵਾਲੇ ਵਿਸ਼ਵ ਵਪਾਰ ਕੇਂਦਰ ਦੇ ਟਾਵਰ ਕਿਸ ਸ਼ਹਿਰ ਵਿੱਚ ਸਥਿਤ ਹੈ? ਨਿਊਯਾਰਕ ਦੇ ਵਿੱਚ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ। ਵੇਅਰ ਇਨ ਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਲੋਕੇਟਡ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕਿੱਥੇ ਸਥਿਤ ਹੈ? ਦਾ ਹੌਗ ਦੇ ਵਿੱਚ। ਕਿੱਥੇ? ਦਾ ਹੌਗ ਦੇ ਵਿੱਚ। ਨੈਕਸਟ ਕੁਐਸਚਨ, ਵਿਚ ਅਮੰਗ ਦਾ ਫੋਲੋਇੰਗ ਸਟੇਟਸ ਡਜ਼ ਨਾਟ ਸ਼ੇਅਰ ਅ ਬਾਊਂਡਰੀ ਵਿਦ ਪੰਜਾਬ। ਪੰਜਾਬ ਦੇ ਨਾਲ ਕਿਹੜੀ ਸਟੇਟ ਬਾਊਂਡਰੀ ਸ਼ੇਅਰ ਨਹੀਂ ਕਰਦੀ? ਉੱਤਰ ਪ੍ਰਦੇਸ਼ ਨਹੀਂ ਕਰਦੀ, ਰਾਜਸਥਾਨ ਕਰਦੀ ਹੈ, ਜੰਮੂ ਐਂਡ ਕਸ਼ਮੀਰ ਕਰਦੀ ਹੈ, ਹਿਮਾਚਲ ਪ੍ਰਦੇਸ਼ ਕਰਦੀ ਹੈ, ਹਰਿਆਣਾ ਵੀ ਕਰਦੀ ਹੈ ਅਤੇ ਪਾਕਿਸਤਾਨ ਇੰਟਰਨੈਸ਼ਨਲ ਬਾਊਂਡਰੀ ਸ਼ੇਅਰ ਕਰਦੀ ਹੈ। ਠੀਕ ਹੈ ਜੀ। ਤਾਂ ਇਹ ਸੀ ਅੱਜ ਦੀ ਆਪਣੀ ਵੀਡੀਓ। ਆਈ ਹੋਪ ਕਿ ਤੁਹਾਨੂੰ ਚੰਗੀ ਲੱਗੀ ਹੋਵੇਗੀ। ਅਤੇ ਅਗਲਾ ਕਿਹੜਾ ਕੁਐਸਚਨ ਪੇਪਰ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਅਸੀਂ ਕਿਹੜਾ ਕੁਐਸਚਨ ਪੇਪਰ ਡਿਸਕਸ ਕਰੀਏ ਤੁਹਾਡੇ ਲਈ, ਤੁਸੀਂ ਕਮੈਂਟ ਕਰਕੇ ਉਹ ਦੱਸ ਸਕਦੇ ਹੋ। ਅੱਜ ਦੀ ਵੀਡੀਓ ਆਪਾਂ ਇੱਥੇ ਖ਼ਤਮ ਕਰਦੇ ਹਾਂ। ਧੰਨਵਾਦ।